ਮੈਨੂੰ नहीं लगता भी ਜਿਹੜੇ ਰਾਜਪਾਲ ਸਾਹਿਬ ਨੇ ਪੰਜਾਬ ਦੇ ਬੀਪੀ ਸਿੰਘ ਬਦਨੌਰ ਜੀ ਉਹ ਇਸ ਉੱਤੇ ਬਿਨਾਂ ਕੇਂਦਰ ਦੀ ਮਨਜ਼ੂਰੀ ਤੋਂ ਜਾਂ ਉਹਨਾਂ ਨੂੰ ਕੰਸੈਂਟ ਵਿੱਚ ਲਏ ਕੋਈ ਦਸਤਖਤ ਕਰਨਗੇ। 2022 ਦੀ ਸੂਬੇਦਾਰੀ ਲੈਣ ਦੇ ਲਈ ਇਹ ਮਤੇ ਇਹ ਰੈਜੂਲੇਸ਼ਨ ਜਿਹੜੇ ਉਹਨਾਂ ਨੇ ਪਾਉਣੇ ਸੀਗੇ, ਜਿਹੜੇ ਬਿੱਲ ਲੈ ਕੇ ਆਉਣੇ ਸੀ, ਉਹਨਾਂ ਦਾ ਖਰੜਾ ਜਿਹੜਾ ਉਹ ਵਿਰੋਧੀ ਪਾਰਟੀਆਂ ਨੂੰ ਨਹੀਂ ਦਿੱਤਾ ਸਮੇਂ ਸਿਰ। ਕੇਵਲ ਵਿਧਾਨ ਸਭਾ ਦੇ ਵਿੱਚ ਪੇਸ਼ ਕਰਕੇ ਹੀ ਉਸ ਉੱਤੇ ਮੋਹਰ ਲਗਵਾਈ ਹੈ ਕਿ ਉਹਦੇ 'ਚ ਇਹ ਕਿਹਾ ਗਿਆ ਕਿ ਅਗਰ ਵਪਾਰੀ ਜ਼ਬਰਦਸਤੀ ਕੰਪੈਲ ਕਰਕੇ ਕਿਸਾਨ ਤੋਂ ਫਸਲ ਖਰੀਦਦਾ ਹੈ ਘੱਟ ਰੇਟ 'ਤੇ ਤਾਂ ਹੈ। ਕੰਪੈਲ ਤਾਂ ਕੋਈ ਕਰਦਾ ਨਹੀਂ ਹੈ। ਉਹ ਕਹਿੰਦੇ ਜੀ ਤੁਹਾਡੀ ਕਣਕ ਦਾ ਰੰਗ ਨਹੀਂ ਠੀਕ ਹੈਗਾ, ਤੁਹਾਡਾ ਝੋਨੇ 'ਚ ਨਮੀ ਆ, ਇੱਦਾਂ ਕਰਕੇ ਮਜਬੂਰ ਕਰ ਦਿੱਤਾ ਜਾਂਦਾ ਕਿ ਕਿਸਾਨ ਨੂੰ ਵੀ ਇਹ ਅਸੀਂ ਨਹੀਂ ਖਰੀਦਣਾ, ਅਤੇ ਕਿਸਾਨ ਖੁਦ ਮਜਬੂਰ ਹੋ ਜਾਂਦਾ ਯਾਰ ਚਲੋ ਨਹੀਂ ਤੁਸੀਂ ਮੈਨੂੰ 200-400 ਰੁਪਏ ਘੱਟ ਦੇ ਦਿਓ। ਫਿਰ ਉਹਦੇ ਵਿੱਚ ਤਾਂ ਫਿਰ ਸਜ਼ਾ ਤਾਂ ਕਿਤੇ ਰਹਿ ਹੀ ਨਹੀਂ ਗਈ, ਉਹ ਤਾਂ ਸਹਿਮਤੀ ਹੋ ਗਈ। ਫਿਰ ਪੰਜਾਬ ਸਰਕਾਰ ਵੱਲੋਂ ਜਾਂ ਕਾਂਗਰਸ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਵੱਲੋਂ ਬਹੁਤ ਵੱਡਾ ਫੈਸਲਾ ਲਿਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ, ਅਤੇ ਕੀ ਕਿਸਾਨ ਮੰਨ ਲੈਣ ਕਿ ਕਿਸਾਨਾਂ ਦੀ ਜਿੱਤ ਹੋ ਗਈ ਆ। ਹੁਣ ਜਿਹੜਾ ਮਤੇ ਪਾਸ ਕੀਤੇ, ਬਿੱਲ ਪੇਸ਼ ਕੀਤੇ ਆ, ਇਹਦੇ ਨਾਲ ਕਿਸਾਨਾਂ ਦੀ ਜਿੱਤ ਹੋ ਗਈ? ਬਿਲਕੁਲ ਵੀ ਇਹਨਾਂ ਨਾਲ ਕਿਸਾਨਾਂ ਦੀ ਕੋਈ ਜਿੱਤ ਨਹੀਂ ਹੋਈ। ਇਹਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ ਉਹ ਬੜੇ ਕਲੀਅਰ ਨੇ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਰੂਲ ਬਣਾਉਣ ਦੀ ਇਹਨਾਂ ਆਪਣੇ ਲੈਵਲ 'ਤੇ ਆਗਿਆ ਹੈ, ਪਰ ਉਹ ਸਿਰਫ ਰੂਲ ਬਣਾ ਸਕਦੀ ਆ, ਉਹਨਾਂ ਨੂੰ ਰੱਦ ਨਹੀਂ ਕਰ ਸਕਦੀ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ, ਹਾਲਾਂਕਿ ਸਹਿਮਤੀ ਦਿੱਤੀ ਗਈ ਹੈ, ਕਿਸਾਨਾਂ ਦੇ ਨਾਲ ਖੜਨ ਕਰਕੇ ਸਹਿਮਤੀ ਦਿੱਤੀ ਗਈ ਹੈ ਵਿਰੋਧੀਆਂ ਵੱਲੋਂ, ਚਾਹੇ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੀ ਤਿੰਨੇ ਜਿਹੜੇ ਹੈਗੇ ਆ ਬਿੱਲ ਸਰਕਾਰ ਵੱਲੋਂ ਬਣਾਏ ਗਏ ਆ ਉਹ ਜ਼ਿਆਦਾਤਰ ਬੀਜੇਪੀ ਨੂੰ ਫਾਇਦਾ ਦੇਣ ਵਾਲੇ ਆ, ਵਪਾਰੀਆਂ ਨੂੰ ਫਾਇਦਾ ਦੇਣ ਵਾਲੇ ਆ, ਉਸੇ ਤਰਜ਼ 'ਤੇ ਬਣਾਏ ਗਏ। ਪ੍ਰਧਾਨ ਮੰਤਰੀ ਸਾਹਿਬ ਕੱਲ੍ਹ ਜਿਹੜੇ ਹੈਗੇ ਆ ਮੋਦੀ ਸਾਹਿਬ ਲਾਈਵ ਹੋਏ ਸੀਗੇ, ਉਹਨਾਂ ਨੇ ਇੱਕ ਵੀ ਸ਼ਬਦ ਜਿਹੜਾ ਹੈਗਾ ਇਸ ਵਿਸ਼ੇ 'ਤੇ ਬੋਲਿਆ ਨਹੀਂ, ਕਿਸਾਨਾਂ ਨੂੰ ਕੋਈ ਅਪੀਲ ਨਹੀਂ ਕੀਤੀ। ਸੰਖਿਆ ਬਲ ਦਾ ਇਹ ਮਤਲਬ ਨਹੀਂ ਹੁੰਦਾ ਵੀ ਤੁਸੀਂ ਬਹੁਤ ਸੰਖਿਆ ਜਿਹੜੀ ਆਵਾਜ਼ ਉੱਠ ਰਹੀ ਹੈ ਕਿਸਾਨਾਂ ਦੀ ਉਹਨੂੰ ਦਬਾ ਲਿਓ, ਕਿਉਂਕਿ ਡਾਇਲੌਗ ਦੀ ਜਿਹੜੀ ਕਿਰਿਆ ਉਹ ਚੱਲਣੀ ਚਾਹੀਦੀ ਹੈ। ਪਰ ਜਦੋਂ ਬਹੁਤ ਸੰਖਿਆ ਦੇ ਵਿੱਚ ਇੱਕ ਪਾਰਟੀ ਮੈਜੋਰਿਟੀ ਦੇ ਵਿੱਚ ਆਉਂਦੀ ਹੈ, ਉਹ ਹਮੇਸ਼ਾ ਕਿਤੇ ਨਾ ਕਿਤੇ ਜਿਹੜਾ ਸਾਡਾ ਭਾਰਤੀ ਲੋਕਤੰਤਰ ਦਾ ਇਤਿਹਾਸ ਰਿਹਾ ਹੈ 1947 ਤੋਂ ਲੈ ਕੇ ਹੁਣ ਤੱਕ ਅਸੀਂ ਦੇਖਦੇ ਹਾਂ, ਚਾਹੇ ਪਹਿਲਾਂ ਇੰਦਰਾ ਗਾਂਧੀ ਦੀ ਨੁਮਾਇੰਦਗੀ ਵਿੱਚ ਸੀ ਜਾਂ ਰਾਜੀਵ ਗਾਂਧੀ ਸਾਹਿਬ ਦੀ ਨੁਮਾਇੰਦਗੀ ਵਿੱਚ ਸਰਕਾਰ ਚੱਲੀ ਹੈ, ਉਹਨਾਂ ਨੇ ਕਿਤੇ ਨਾ ਕਿਤੇ ਸਟੇਟਾਂ ਦਾ ਗਲਾ ਘੋਟਿਆ ਹੈ। ਅਕਾਲੀ ਦਲ ਬੀਜੇਪੀ ਦਾ ਗੱਠਜੋੜ ਸੀਗਾ, ਅੱਜ ਅਕਾਲੀ ਦਲ ਤੇ ਕਾਂਗਰਸ ਜਿਹੜੀਆਂ ਕਿਸਾਨਾਂ ਦੇ ਹੱਕ 'ਚ ਖੜਨ ਦਾ ਕਰ ਰਹੀਆਂ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ। ਕੇਂਦਰ ਨੇ ਗਲਤ ਕੀਤਾ, ਗੱਠਜੋੜ ਵੀ ਤੋੜਿਆ ਅਕਾਲੀ ਦਲ ਨੇ, ਜਿਹਨੂੰ ਕਾਫੀ ਸਰਾਹਿਆ ਜਾ ਰਿਹਾ। ਪਰੰਤੂ ਅਗਰ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ, ਜਦੋਂ ਇਹਨਾਂ ਦੀਆਂ ਕੇਂਦਰ ਦੇ ਵਿੱਚ ਕਈ ਸਾਲ ਜਿਹੜੇ 10-10 ਸਾਲ ਲਗਾਤਾਰ ਸਰਕਾਰਾਂ ਰਹੀਆਂ, ਉਦੋਂ ਕਿਉਂ ਜਿਹੜਾ ਹੈਗਾ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ ਗਈ? ਅਗਰ ਕਿਸਾਨਾਂ ਦੇ ਹੱਕ ਦੇ ਵਿੱਚ ਸੀਗੀਆਂ ਤਾਂ ਸਵਾਮੀਨਾਥਨ ਰਿਪੋਰਟ ਅੱਜ ਤੱਕ ਲਾਗੂ ਨਹੀਂ ਹੋਈ। ਕੀ ਮੰਨਦੇ ਹੋ? ਜਦੋਂ ਕਿਸੇ ਦਾ ਦਮ ਘੁੱਟਦਾ ਹੋਵੇ, ਅਗਰ ਉਹਨੂੰ ਸਾਹ ਆ ਜਾਵੇ ਤਾਂ ਉਹ ਵਿਅਕਤੀ ਉਸ ਬੰਦੇ ਦੇ ਗੁਣ ਗਾਉਂਦਾ ਹੈ। ਇਹਨਾਂ ਨੇ ਵਕਤੀ ਤੌਰ 'ਤੇ ਕਦੇ ਨਾ ਕਦੇ ਛੋਟੀਆਂ ਮੰਗਾਂ ਜਾਂ ਕਿਸਾਨ ਦੀਆਂ, ਮਜ਼ਦੂਰਾਂ ਦੀਆਂ ਜਾਂ ਦੇਸ਼ ਦੇ ਹੋਰ ਆਮ ਨਾਗਰਿਕ ਨੂੰ ਕਦੇ ਨਾ ਕਦੇ ਬਹੁਤ ਥੋੜ੍ਹੇ ਰਿਲੀਫ ਦੇ ਕੇ ਵੋਟ ਬੈਂਕ ਜਿਹੜਾ ਆਪਣਾ ਬਟੋਰਿਆ ਹੈ। ਕੇਂਦਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਧਰਨਿਆਂ 'ਤੇ ਬੈਠੇ ਹੋਏ ਨੇ। ਹਾਲਾਂਕਿ ਪੰਜਾਬ ਸਰਕਾਰ ਵੱਲੋਂ 3 ਮਤੇ ਵੀ ਪਾਸ ਕੀਤੇ ਗਏ ਨੇ ਅਤੇ ਕੇਂਦਰ ਦੇ ਕਾਨੂੰਨ ਦੇ ਵਿਰੋਧ ਦੇ ਵਿੱਚ ਵੀ ਇੱਕ ਜੋ ਮਤੇ ਪਾਸ ਕਰਕੇ ਗਵਰਨਰ ਨੂੰ ਭੇਜੇ ਗਏ ਨੇ, ਪਰੰਤੂ ਉਸ ਦੇ ਬਾਵਜੂਦ ਕਿਸਾਨ ਪਟੜੀਆਂ 'ਤੇ ਬੈਠੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਜੋ ਹੈ ਇੱਕ ਸਾਂਝਾ ਵਿਸ਼ਾ ਹੈ, ਇਸ ਕਰਕੇ ਪੰਜਾਬ ਸਰਕਾਰ ਨੇ ਜੋ ਬਿੱਲ ਲਿਆਂਦੇ ਆ ਉਹਨਾਂ ਦਾ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਨੇ ਉਹ ਹੀ ਲਾਗੂ ਰਹਿਣਗੇ। ਕਿਸਾਨਾਂ ਦੇ ਵਿੱਚ ਕਾਫੀ ਚਰਚਾ ਹੈਗੀ ਇਸ ਨੂੰ ਲੈ ਕੇ ਕਿ ਨਵੇਂ ਕਾਨੂੰਨ ਕੀ ਜੋ ਕੇਂਦਰ ਵੱਲੋਂ ਕਾਨੂੰਨ ਬਣਾਏ ਗਏ ਹਨ, ਪੰਜਾਬ ਸਰਕਾਰ ਵੱਲੋਂ ਜੋ ਮਤੇ ਪਾਸ ਕੀਤੇ ਗਏ ਹਨ, ਬਿੱਲ ਪੇਸ਼ ਕੀਤੇ ਗਏ ਹਨ, ਕਿ ਉਹ ਕੇਂਦਰ ਦੇ ਸਰਕਾਰ ਦੇ ਕਾਨੂੰਨ ਨੂੰ ਤੋੜਨਗੇ ਕਿ ਕਿਸਾਨਾਂ ਨੂੰ ਉਸ ਦਾ ਫਾਇਦਾ ਹੋਵੇਗਾ? ਇਸ ਸਭ ਦੀ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਕਮਲ ਸਿੰਘ ਸੈਣੀ ਐਡਵੋਕੇਟ, ਜੋ ਕਿ ਕਾਨੂੰਨੀ ਵੀ ਮਾਹਿਰ ਵੀ ਹਨ। ਗੱਲ ਕਰਾਂਗੇ ਇਹਨਾਂ ਦੇ ਨਾਲ ਕਿ ਕਿਸਾਨਾਂ ਦੇ ਲਈ ਜੋ ਪੰਜਾਬ ਸਰਕਾਰ ਵੱਲੋਂ ਮਤੇ ਪਾਏ ਗਏ ਆ, ਬਿੱਲ ਪੇਸ਼ ਲਿਆਂਦੇ ਗਏ ਨੇ, ਕਿੰਨਾ ਕੁ ਅਸਰਦਾਰ ਹੋਣਗੇ ਕਿ ਅੱਗੇ ਜਾ ਕੇ ਰਾਸ਼ਟਰਪਤੀ ਜੀ ਤੋਂ ਉਹਨਾਂ ਨੂੰ ਮਨਜ਼ੂਰੀ ਮਿਲੇਗੀ ਕਿ ਹਾਲੇ ਕਿਸਾਨਾਂ ਨੂੰ ਹੋਰ ਸੰਘਰਸ਼ ਕਰਨਾ ਪਵੇਗਾ? ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬੀ ਲੋਕ ਚੈਨਲ 'ਤੇ। ਸਰ, ਮੈਂ ਪੰਜਾਬੀ ਲੋਕ ਚੈਨਲ ਔਰ ਪੰਜਾਬੀ ਲੋਕ ਚੈਨਲ ਨੂੰ ਦੇਖਣ ਵਾਲੇ ਸਾਰੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਲ ਜੀ, ਜਿਵੇਂ ਲਗਾਤਾਰ ਚਰਚਾ ਚੱਲ ਰਹੀ ਹੈ, ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਮਤੇ ਪੇਸ਼ ਕੀਤੇ ਗਏ 3 ਮਤੇ, ਤੁਸੀਂ ਪੜ੍ਹੇ ਹੋਣੇ ਆ,
ਤੇ ਉਹ ਰਾਸ਼ਟਰਪਤੀ ਜੀ ਨੂੰ 115 ਐਮਐਲਏ ਵੱਲੋਂ ਜਿਹੜਾ ਹੈਗਾ ਸਾਈਨ ਕਰਕੇ ਗਵਰਨਰ ਨੂੰ ਜਿਹੜਾ ਹੈਗਾ ਦਿੱਤਾ ਗਿਆ ਹੈ। ਕੀ ਲੱਗਦਾ ਹੈ ਇਹਨਾਂ ਦਾ ਕਿੰਨਾ ਕੁ ਅਸਰ ਹੋਣ ਵਾਲਾ ਹੈ? ਗਵਰਨਰ ਸਾਹਿਬ ਇਹਨਾਂ ਤੇ ਸਾਈਨ ਕਰਨਗੇ, ਅਗਰ ਸਾਈਨ ਕਰ ਦਿੰਦੇ ਆ ਕੀ ਇਹ ਕਿਸਾਨਾਂ ਨੂੰ ਇਸ ਦਾ ਕਿੰਨਾ ਕੁ ਫਾਇਦਾ ਮਿਲਣ ਵਾਲਾ ਹੈ? ਦੇਖੋ, ਪੰਜਾਬ ਅਸੈਂਬਲੀ ਦੇ ਵਿੱਚ ਕੱਲ ਸਰਕਾਰ ਵੱਲੋਂ ਜਿਹੜੇ 3 ਬਿੱਲ ਨੇ ਉਹ ਪਾਸ ਕੀਤੇ ਗਏ ਨੇ ਤੇ ਨਾਲ ਹੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਬ ਸਾਂਝੀ ਪਾਰਟੀਆਂ ਦਾ ਵਫਦ ਸਾਰਾ 115 ਐਮਐਲਏ ਗਵਰਨਰ ਹਾਊਸ ਗਏ ਨੇ, ਜਾ ਕੇ ਉਹਨਾਂ ਨੂੰ ਬਿੱਲ ਦੀ ਜਿਹੜੀ ਕਾਪੀ ਦਿੱਤੀ ਹੈ। ਪਰ ਜਿੱਥੋਂ ਤੱਕ ਕੇਂਦਰ ਦਾ ਗਵਰਨਰ ਦੇ ਉੱਤੇ ਦਬਾਅ ਹੈ ਔਰ ਇਹ ਵਿਸ਼ਾ ਜਿਹੜਾ ਸੰਘੀ ਢਾਂਚਾ ਔਰ ਕੇਂਦਰ ਸਰਕਾਰ ਦੇ ਵਿੱਚ ਬਹੁਤ ਵੱਡੀ ਖਲਾਅ ਪੈਦਾ ਕਰਨ ਵਾਲਾ, ਮੈਨੂੰ ਜਿੰਨੀ ਕੁ ਸਿਆਸੀ ਤੌਰ ਤੇ ਅਸੀਂ ਇਸ ਦੀ ਜਾਣਕਾਰੀ ਰੱਖਦੇ ਹਾਂ, ਮੈਨੂੰ ਨਹੀਂ ਲੱਗਦਾ ਵੀ ਜਿਹੜੇ ਰਾਜਪਾਲ ਸਾਹਿਬ ਨੇ ਪੰਜਾਬ ਦੇ ਬੀਪੀ ਸਿੰਘ ਬਦਨੌਰ ਜੀ, ਉਹ ਇਸ ਉੱਤੇ ਬਿਨਾਂ ਕੇਂਦਰ ਦੀ ਮਨਜ਼ੂਰੀ ਤੋਂ ਜਾਂ ਉਹਨਾਂ ਨੂੰ ਕੰਸੈਂਟ ਵਿੱਚ ਲਏ ਕੋਈ ਦਸਤਖਤ ਕਰਨਗੇ। ਔਰ ਦੂਸਰੀ ਗੱਲ, ਇਹ ਜਿਹੜਾ ਬਿੱਲ ਵਿਧਾਨ ਸਭਾ ਨੇ ਪਾਸ ਕੀਤੇ ਨੇ, ਰਾਜਪਾਲ ਸਾਹਿਬ ਇਹਨੂੰ ਮਿਨਿਸਟਰੀ ਆਫ ਹੋਮ ਅਫੇਅਰ ਨੂੰ ਭੇਜਣਗੇ। ਹੋਮ ਅਫੇਅਰ ਤੋਂ ਬਾਅਦ ਇਹ ਮਿਨਿਸਟਰੀ ਆਫ ਲਾ ਕੋਲ ਜਾਏਗਾ, ਫਿਰ ਰਾਸ਼ਟਰਪਤੀ ਸਾਹਿਬ ਦੇ ਕੋਲ ਅਸੈਂਟ ਦੇ ਲਈ ਜਾਏਗਾ। ਔਰ ਜਿਵੇਂ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਪਾਣੀਆਂ ਦੇ ਸਮਝੌਤੇ ਰੱਦ ਕਰਕੇ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਸੀ, ਉਹਨੂੰ ਆਰਟੀਕਲ 143(1) ਦੇ ਅਧੀਨ ਕਨਸਟੀਟਿਊਸ਼ਨ ਆਫ ਇੰਡੀਆ ਦੀ ਰਹਿਨੁਮਾਈ ਦੇ ਵਿੱਚ ਰਾਸ਼ਟਰਪਤੀ ਸਾਹਿਬ ਨੇ ਸੁਪਰੀਮ ਕੋਰਟ ਤੋਂ ਉਹਦਾ ਓਪੀਨੀਅਨ ਲਿਆ ਸੀ। ਸੋ ਇਸੇ ਹੀ ਤਰ੍ਹਾਂ ਜਿਹੜੀ ਇਹ ਬਿੱਲ ਹੈ ਔਰ ਜਿਹੜੇ ਕੇਂਦਰ ਸਰਕਾਰ ਨੇ ਬਿੱਲ ਪਾਸ ਕਰਕੇ ਕਾਨੂੰਨ ਬਣਾ ਦਿੱਤੇ ਨੇ, ਇਹ ਸੁਪਰੀਮ ਕੋਰਟ ਦੇ ਵਿੱਚ ਇਹਦੇ ਵਿੱਚ ਸੰਵਿਧਾਨਿਕ ਬੈਂਚ ਆਉਣ ਵਾਲੇ ਸਮੇਂ ਦੇ ਵਿੱਚ ਬੈਠੇਗਾ, ਉਹੀ ਡਿਸਾਈਡ ਕਰੇਗਾ ਵੀ ਇਹ ਕਿੰਨੇ ਕੁ ਇਫੈਕਟਿਵ ਨੇ ਤੇ ਕਿੱਥੋਂ ਤੱਕ ਕੇਂਦਰ ਸਰਕਾਰ ਔਰ ਕਿੱਥੋਂ ਤੱਕ ਸਟੇਟ ਗੌਰਮੈਂਟ ਹੈ ਜਿਹੜੀ ਇਹਨਾਂ ਦੇ ਵਿੱਚ ਇੰਟਰਫੇਅਰ ਕਰ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਜਿਹੜੇ ਨਵੇਂ ਬਿੱਲ ਬਣਾਏ ਗਏ, ਵਿਰੋਧੀ ਪਾਰਟੀਆਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਕਿ ਕਾਫੀ ਖਾਮੀਆਂ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਬਿੱਲ ਜਿਹੜੇ ਵਾਕਈ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਜਾਂ ਇਹਦੇ 'ਚ ਹਲੇ ਖਾਮੀਆਂ ਕੁਝ ਹੋਰ ਹੋਣਾ ਚਾਹੀਦਾ ਸੀ? ਦੇਖੋ, ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੇ, ਮੈਂ ਇਸ ਗੱਲ ਦਾ ਪੰਜਾਬ ਸਰਕਾਰ ਨੂੰ ਵਧਾਈ ਵੀ ਦਿੰਦਾ ਵੀ ਉਹਨਾਂ ਨੇ ਕੇਂਦਰ ਦੇ ਖਿਲਾਫ ਸਾਰੀਆਂ ਪਾਰਟੀਆਂ ਨੂੰ ਲੈ ਕੇ ਇੱਕ ਸਿੰਬੋਲਿਕ ਲੜਾਈ ਜਿਹੜੀ ਸੀ ਉਹ ਜਿੱਤੀ ਹੈ। ਪਰ ਦੂਸਰੀ ਗੱਲ ਹੈ, ਪੰਜਾਬ ਸਰਕਾਰ ਨੇ 2022 ਦੀ ਸੂਬੇਦਾਰੀ ਲੈਣ ਦੇ ਲਈ ਇਹ ਮਤੇ, ਇਹ ਰੈਜੂਲੇਸ਼ਨ ਜਿਹੜੇ ਉਹਨਾਂ ਨੇ ਪਾਉਣੇ ਸੀਗੇ, ਜਿਹੜੇ ਬਿੱਲ ਲੈ ਕੇ ਆਉਣੇ ਸੀ, ਉਹਨਾਂ ਦਾ ਖਰੜਾ ਜਿਹੜਾ ਉਹ ਵਿਰੋਧੀ ਪਾਰਟੀਆਂ ਨੂੰ ਨਹੀਂ ਦਿੱਤਾ ਸਮੇਂ ਸਿਰ, ਕੇਵਲ ਵਿਧਾਨ ਸਭਾ ਦੇ ਵਿੱਚ ਪੇਸ਼ ਕਰਕੇ ਹੀ ਉਸ ਉੱਤੇ ਮੋਹਰ ਲਗਵਾਈ ਹੈ। ਬਹੁਤ ਵਧੀਆ ਗੱਲ ਸੀ ਜੇਕਰ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਕਿਸਾਨਾਂ ਦੇ ਨਾਲ ਵੀ ਡਿਸਕਸ ਕਰਦੇ ਓਪਨਲੀ ਔਰ ਪੂਰੀ ਜਨਤਾ ਦਾ ਓਪੀਨੀਅਨ ਲੈਂਦੇ, ਤਾਂ ਜਿੰਨੀਆਂ ਕਮੀਆਂ ਇਹਨਾਂ ਦੇ ਵਿੱਚ ਰਹੀਆਂ ਨੇ ਉਹਨਾਂ ਕਮੀਆਂ ਨੂੰ ਪੂਰਾ ਕੀਤਾ ਜਾ ਸਕਦਾ ਸੀਗਾ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਕਮੀ ਹੈ ਜਿਹੜੀ MSP ਦੀ, ਜਿਹੜੀ ਆਪਾਂ ਗੱਲ ਕਰਦੇ ਹਾਂ, ਉਹ ਸਿਰਫ ਤੇ ਸਿਰਫ ਇਹਨਾਂ ਨੇ ਜੀਰੀ ਔਰ ਕਣਕ ਦੀ ਲਈ ਇਹ ਬਣਾਇਆ ਹੈਗਾ, ਜਦ ਕਿ ਹੋਰ ਜਿਹੜੀਆਂ ਫਸਲਾਂ MSP ਦੇ ਵਿੱਚ ਆਉਂਦੀਆਂ ਹੈਗੀਆਂ ਉਹ ਅੱਜ ਵੀ ਘੱਟ ਖਰੀਦ ਤੇ ਜਾ ਰਹੀਆਂ ਨੇ, ਉਹਨਾਂ ਦੇ ਲਈ ਇਹਨਾਂ ਨੇ ਕੋਈ ਵੀ ਪ੍ਰਾਵਧਾਨ ਨਹੀਂ ਰੱਖਿਆ। ਦੂਸਰੀ ਗੱਲ ਹੈ, ਐਜ਼ ਪਰ CRPC ਜਦੋਂ 3 ਸਾਲ ਦੀ ਕੈਦ ਹੁੰਦੀ ਹੈ ਉਹ ਬੇਲੇਵਲ ਆਫੈਂਸ ਹੈਗਾ। ਇਹਦੇ ਵਿੱਚ ਸਜ਼ਾ ਜਿਹੜਾ ਪ੍ਰਾਵਧਾਨ ਹੈ ਬਹੁਤ ਘੱਟ ਰੱਖਿਆ ਗਿਆ। ਇਹ ਘੱਟੋ ਘੱਟ 7 ਤੋਂ 10 ਸਾਲ ਸਜ਼ਾ ਰੱਖਦੇ ਔਰ ਦੂਸਰੀ ਗੱਲ ਜੁਰਮਾਨਾ ਰੱਖਦੇ, ਵੱਡਾ ਜੁਰਮਾਨਾ ਰੱਖਦੇ। ਜਿਹੜਾ ਐਗਰੀਮੈਂਟ ਉਹਨਾਂ ਦਾ ਸਰਕਾਰ ਨਾਲ ਜਾਂ ਕਿਸਾਨਾਂ ਨਾਲ ਹੁੰਦਾ ਸਟੋਰੇਜ ਕਰਨ ਦੇ ਲਈ, ਉਹਨੂੰ ਰੱਦ ਕਰਨ ਦੀ ਪ੍ਰੋਵੀਜ਼ਨ ਰੱਖਦੇ। ਸਭ ਤੋਂ ਵੱਡੀ ਜਿਹੜੀ ਗੱਲ ਸੀਗੀ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਸੀਗਾ ਵੀ ਜਿੰਨੀਆਂ ਵੀ ਫਸਲਾਂ ਹੋਰ ਨੇ ਉਹਨਾਂ ਸਾਰਿਆਂ ਦੀ ਸਟੋਰੇਜ ਦੀ ਕਪੈਸਿਟੀ ਤੈਅ ਕਰਦੇ। ਬਾਹਰਲੀਆਂ ਸਟੇਟ ਤੋਂ ਕੋਈ ਵੀ ਵਪਾਰੀ ਜਾਂ ਕੋਈ ਵੀ ਵੱਡਾ ਉਦਯੋਗਪਤੀ ਜਿਹਨੇ ਇੱਥੇ ਗੋਦਾਮ ਬਣਾਉਣੇ ਨੇ ਉਹ ਪੰਜਾਬ ਤੋਂ ਹੀ ਮਾਲ ਖਰੀਦ ਕੇ ਇੱਥੇ ਸਟੋਰ ਕਰ ਸਕਦਾ। ਅਹੀਆਂ ਜਾਂ ਕੁਝ ਬਹੁਤ ਜ਼ਿਆਦਾ ਕਮੀਆਂ ਸੀ ਜਿਹੜੀਆਂ ਉਹ ਰਹਿ ਗਈਆਂ ਨੇ ਇਹਨਾਂ ਦੇ ਵਿੱਚ। ਇੱਕ ਹੋਰ ਕਿਹਾ ਜਾ ਰਿਹਾ ਕਿ ਜਿਹੜੇ 3 ਸਾਲ ਦੀ ਸਜ਼ਾ ਦੀ ਵੀ ਗੱਲ ਕੀਤੀ ਹੈ, ਉਹਦੇ 'ਚ ਚਰਚਾ ਸੁਣ ਰਿਹਾ ਸੀ ਮੈਂ ਕਿ ਉਹਦੇ 'ਚ ਇਹ ਕਿਹਾ ਗਿਆ ਕਿ ਅਗਰ ਵਪਾਰੀ ਜ਼ਬਰਦਸਤੀ ਕੰਪੈਲ ਕਰਕੇ ਕਿਸਾਨ ਤੋਂ ਫਸਲ ਖਰੀਦਦਾ ਹੈ ਘੱਟ ਰੇਟ 'ਤੇ ਤਾਂ ਹੈ, ਕੰਪੈਲ ਤਾਂ ਕੋਈ ਕਰਦਾ ਨਹੀਂ ਹੈ। ਉਹ ਕਹਿੰਦੇ ਜੀ ਤੁਹਾਡੀ ਕਣਕ ਦਾ ਰੰਗ ਨਹੀਂ ਠੀਕ ਹੈਗਾ, ਤੁਹਾਡਾ ਝੋਨੇ 'ਚ ਨਮੀ ਆ, ਇੱਦਾਂ ਕਰਕੇ ਮਜਬੂਰ ਕਰ ਦਿੱਤਾ ਜਾਂਦਾ ਕਿ ਕਿਸਾਨ ਨੂੰ ਵੀ ਇਹ ਅਸੀਂ ਨਹੀਂ ਖਰੀਦਣਾ, ਅਤੇ ਕਿਸਾਨ ਖੁਦ ਮਜਬੂਰ ਹੋ ਜਾਂਦਾ ਯਾਰ ਚਲੋ ਨਹੀਂ ਤੁਸੀਂ ਮੈਨੂੰ 200-400 ਰੁਪਏ ਘੱਟ ਦੇ ਦਿਓ। ਫਿਰ ਉਹਦੇ ਵਿੱਚ ਤਾਂ ਫਿਰ ਸਜ਼ਾ ਤਾਂ ਕਿਤੇ ਰਹਿ ਹੀ ਨਹੀਂ ਗਈ, ਉਹ ਤਾਂ ਸਹਿਮਤੀ ਹੋ ਗਈ। ਫਿਰ ਬਹੁਤ ਲਚਕੀਲਾ ਜਿਹੜਾ
ਬਿੱਲ ਇਹਨਾਂ ਨੇ ਪੇਸ਼ ਕੀਤਾ ਹੈ, ਮੈਂ ਪਹਿਲਾਂ ਵੀ ਜ਼ਿਕਰ ਕਰਿਆ ਤੁਹਾਨੂੰ, ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਵੀ ਜਿਹੜਾ ਕਿਸਾਨ ਹੈ, ਸਵਾਮੀਨਾਥਨ ਰਿਪੋਰਟ ਨੇ ਬਹੁਤ ਕਲੀਅਰ ਕੀਤਾ ਹੈ ਵੀ ਕਿਸਾਨ ਤਾਂ ਜਿੰਨੀ ਉਹਦੀ ਉਪਜ ਦੇ ਉੱਤੇ ਖਰਚਾ ਆਉਂਦਾ ਹੈ ਉਸ ਤੋਂ ਉਹਨੂੰ ਬਹੁਤ ਘੱਟ ਰੇਟ ਮਿਲਦਾ ਹੈ। ਜੇਕਰ ਉਹਨੂੰ ਤੁਸੀਂ 50% ਰੇਟ ਉੱਪਰ ਦਿਓਗੇ ਤਾਂ ਕਿਸਾਨ ਉਹਦੇ ਵਿੱਚ ਖੁਸ਼ ਹੈ ਤੇ ਉਹ ਖੁਸ਼ਹਾਲੀ ਵੱਧ ਅੱਗੇ ਵਧੂਗਾ। ਕਿਸਾਨ ਦੀ ਅੱਜ ਪੂਰੇ ਦੇਸ਼ ਦੇ ਵਿੱਚ, ਚਾਹੇ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਹਿਮਾਚਲ ਹੈ, ਰਾਜਸਥਾਨ ਹੈ, ਮਹਾਰਾਸ਼ਟਰ ਹੈ, ਆਂਧਰ ਪ੍ਰਦੇਸ਼ ਹੈ, ਛੱਤੀਸਗੜ੍ਹ ਹੈ, ਹਰ ਸੂਬਾ ਚਾਹੇ ਉੱਥੋਂ ਕਿਸੇ ਵੀ ਤਰ੍ਹਾਂ ਦੀ ਫਸਲ ਹੁੰਦੀ ਹੋਵੇ, ਸਭ ਤੋਂ ਜ਼ਿਆਦਾ ਨੈਚੁਰਲ ਮੌਤ ਤੋਂ ਬਾਅਦ ਅਗਰ ਕਿਸੇ ਦੀ ਡੈਥ ਹੋ ਰਹੀ ਹੈ ਤਾਂ ਉਹ ਕਿਸਾਨ ਦੀ ਆਤਮ ਹੱਤਿਆ ਦੇ ਨਾਲ ਹੋ ਰਹੀ ਹੈ। ਇਹਦੇ ਵਿੱਚ ਇਹਨਾਂ ਨੂੰ ਇਹ ਚਾਹੀਦਾ ਸੀਗਾ ਬਈ ਜਿੰਨਾ ਵੀ ਕਾਨੂੰਨ ਜਿਹੜਾ ਇਹਨਾਂ ਨੇ ਬਣਾਇਆ ਉਹਦੇ ਵਿੱਚ ਬਹੁਤ ਸਪਸ਼ਟ ਰੂਪ ਦੇ ਨਾਲ ਲੈ ਕੇ ਚੱਲਦੇ ਤੇ ਸਜ਼ਾ ਜਿਹੜੀ ਹੈ ਉਹ ਲਚਕੀਲੀ ਦੇ ਦਿੱਤੀ ਹੈ। ਉਹਦੇ ਵਿੱਚ ਲੀਗਲੀ ਬੜੀਆਂ ਖਾਮੀਆਂ ਨੇ ਤੇ ਉਹ ਹਮੇਸ਼ਾ ਜਿਹੜੀ ਹੈਗੀ ਆ ਕਿਸਾਨ ਦੇ ਲਈ ਔਰ ਅਦਾਲਤਾਂ ਦੇ ਲਈ ਉਦਯੋਗਪਤੀਆਂ ਨੂੰ, ਵਪਾਰੀਆਂ ਨੂੰ ਕੰਪੈਲ ਕਰਕੇ ਨਿਕਲਣਾ ਬੜਾ ਸੌਖਾ ਉਹਦੇ ਦੇ ਵਿੱਚੋਂ। ਮੈਂ ਤਾਂ ਇਹ ਵੀ ਇਹਦੇ ਵਿੱਚ ਸਪਸ਼ਟ ਕਰਦਾ ਵੀ ਕਿਤੇ ਵੀ ਆਈਪੀਸੀ ਦਾ ਵੀ ਜ਼ਿਕਰ ਉਹਨਾਂ ਨੇ ਇਹਦੇ ਵਿੱਚ ਨਹੀਂ ਕੀਤਾ ਵੀ ਉਹ ਕਿਹੜੇ ਸੈਕਸ਼ਨ ਦੇ ਨਾਲ ਅਸੀਂ ਉਹਨੂੰ ਪੜ੍ਹਨਾ ਹੈ ਜਾਂ ਪਾਰਟੀਕੂਲਰ ਜਿਸ ਕਾਨੂੰਨ ਦੇ ਤਹਿਤ ਐਗਰੀਮੈਂਟ ਕਰਨਾ ਹੈ ਉਹਦੀ ਧਾਰਾ ਨੂੰ ਨਾਲ ਵੀ ਜੋੜਨ ਦੀ ਕੋਸ਼ਿਸ਼ ਨੀਤੀ ਘਾੜਿਆਂ ਨੇ ਨਹੀਂ ਕਰੀ। ਆਮ ਤੌਰ ਤੇ ਜਿਹੜਾ ਪੰਜਾਬ ਦਾ, ਹਰਿਆਣੇ ਦਾ, ਕਿਸੇ ਵੀ ਦੇਸ਼ ਦੇ ਕਿਸੇ ਵੀ ਸੂਬੇ ਦਾ ਕਿਸਾਨ ਹੈ ਉਹ ਪਹਿਲਾਂ ਹੀ ਕਰਜ਼ਾਈ ਆ। ਕਰਜ਼ਾਈ ਹੋਣ ਦੇ ਨਾਲ ਨਾਲ ਉਹ ਚਾਹੇ ਆੜ੍ਹਤੀ ਕੋਲ ਫਸਲ ਵੇਚਦਾ ਹੈ, ਚਾਹੇ ਕਿਸੇ ਪ੍ਰਾਈਵੇਟ ਬੰਦੇ ਕੋਲ ਫਸਲ ਵੇਚਦਾ ਹੈ, ਉਹਨੂੰ ਕੰਪੈਲ ਕਰਨ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਸਾਡੇ ਉਦਯੋਗਪਤੀਆਂ ਨੂੰ, ਸਾਡੇ ਵਪਾਰਕ ਘਰਾਣਿਆਂ ਨੂੰ ਪਹਿਲਾਂ ਹੀ ਪਤਾ ਹੈ ਵੀ ਆਰਥਿਕਤਾ ਜਿਹੜੀ ਕਿਸਾਨ ਦੀ ਬਹੁਤ ਮਾੜੀ ਹੈ। ਉਹਨੂੰ ਤਾਂ ਸਿਰਫ ਇਸ਼ਾਰਾ ਹੀ ਕਰਨਾ ਹੈ ਵੀ ਤੇਰੀ ਫਸਲ ਜਿਹੜੀ ਆ ਉਹ ਭਾਈ ਅਸੀਂ ਘੱਟ ਰੇਟ ਤੇ ਲੈਣੀ ਹੈ, ਇਹਦੇ ਵਿੱਚ ਆਹ ਟੈਕਨੀਕਲ ਕਮੀ ਹੈ। ਕਿਸਾਨ ਦੇ ਉੱਤੇ ਕੋਈ ਪੈਰਾਮੀਟਰ ਨਹੀਂ ਹੈ ਜਿਹੜਾ ਉਹਨੂੰ ਚੈੱਕ ਕਰ ਸਕੇ ਮੌਕੇ 'ਤੇ, ਕਿਉਂਕਿ ਕਿਸਾਨ ਦੀ ਫਸਲ 6 ਮਹੀਨੇ ਬਾਅਦ ਪੱਕ ਕੇ ਤਿਆਰ ਹੁੰਦੀ ਹੈ। ਬਹੁਤਾਤ ਦੇ ਵਿੱਚ ਅਸੀਂ ਮੌਸਮ 'ਤੇ ਨਿਰਭਰ ਕਰਦੇ ਹਾਂ, ਇਸ ਕਰਕੇ ਕਿਸਾਨ ਨੇ ਆਪਣੀ ਮਰਜ਼ੀ ਦੇ ਨਾਲ ਜੇ ਉਹਨੂੰ ਕੋਈ ਇਕੱਠੇ ਪੈਸੇ ਦਿੰਦਾ ਹੈ, ਘੱਟ ਵੀ ਦੇਵੇਗਾ ਤਾਂ ਉਹਨੇ ਉਹ ਐਕਸੈਪਟ ਕਰ ਲੈਣਾ ਹੈ। ਤਾਂ ਇਹਦਾ ਜਿਹੜਾ ਵੱਡਾ ਫਾਇਦਾ ਹੈਗਾ ਸਟੋਰੇਜ ਕਰਨ ਤੋਂ ਬਾਅਦ ਜਿਹੜੇ ਵਪਾਰਕ ਘਰਾਣੇ ਉਹਨਾਂ ਨੇ ਲੈ ਕੇ ਜਾਣਾ। ਪੰਜਾਬ ਸਰਕਾਰ ਵੱਲੋਂ ਜਾਂ ਕਾਂਗਰਸ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਵੱਲੋਂ ਬਹੁਤ ਵੱਡਾ ਫੈਸਲਾ ਲਿਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਕੀ ਕਿਸਾਨ ਮੰਨ ਲੈਣ ਕਿ ਕਿਸਾਨਾਂ ਦੀ ਜਿੱਤ ਹੋ ਗਈ ਆ? ਹੁਣ ਜਿਹੜਾ ਮਤੇ ਪਾਸ ਕੀਤੇ, ਬਿੱਲ ਪੇਸ਼ ਕੀਤੇ ਆ, ਇਹਦੇ ਨਾਲ ਕਿਸਾਨਾਂ ਦੀ ਜਿੱਤ ਹੋ ਗਈ ਜਾਂ ਹਲੇ ਇਹਦੇ 'ਚ ਹੋਰ ਕਈ ਕਾਨੂੰਨੀ ਅੜਚਨਾਂ ਹੈ? ਨਹੀਂ, ਮੈਂ ਬਿਲਕੁਲ ਵੀ ਇਹਨਾਂ ਨਾਲ ਕਿਸਾਨਾਂ ਦੀ ਕੋਈ ਜਿੱਤ ਨਹੀਂ ਹੋਈ। ਇਹ ਮਹਿਜ਼ ਜਿਹੜਾ ਆਪਾਂ ਕਿਸਾਨ ਜੂਨ ਮਹੀਨੇ ਤੋਂ ਰੌਲਾ ਪਾ ਰਹੇ ਸੀ, ਅੱਜ ਪਹਿਲੀ ਵਾਰੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਉਹਦੇ ਲਈ ਲੜਾਈ ਲੜਨ ਦਾ ਇਹ ਪਹਿਲਾ ਕਦਮ ਹੈ। ਕਿਉਂਕਿ ਇਸ ਦੇ ਉੱਤੇ ਜਿਹੜੀ ਸਾਡੀ ਕੰਸਟੀਟਿਊਸ਼ਨਲ 7th ਸ਼ਡਿਊਲ ਹੈਗਾ ਉਹਦੇ 'ਚ 14 ਨੰਬਰ 'ਤੇ ਉਹਦੇ ਆਧਾਰ 'ਤੇ ਅਸੀਂ ਕਾਨੂੰਨ ਬਣਾਏ ਆ, ਜਿਹੜੀ ਐਂਟਰੀ ਲਿਸਟ ਵਿੱਚ ਹੈਗੀ ਹੈ। ਅਗਰ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ ਤਾਂ ਸੈਕਸ਼ਨ ਜਿਹੜਾ 33 ਹੈਗਾ ਕਨਕਰੰਟ ਲਿਸਟ ਦੇ ਵਿੱਚ ਹੈਗਾ, ਉਹ ਕੇਂਦਰ ਸਰਕਾਰ ਨੂੰ ਪਾਵਰ ਕਰਦਾ ਹੈਗਾ ਤੇ ਇਹ ਰਾਸ਼ਟਰਪਤੀ ਦੇ ਕੋਲ ਜਾਣਾ ਹੀ ਜਾਣਾ। ਔਰ ਇਹ ਲੜਾਈ ਜਿਹੜੀ ਹੈ ਇਹ ਸੁਪਰੀਮ ਕੋਰਟ ਨੇ ਇਹਨੂੰ ਤੈਅ ਕਰਨਾ, ਕਿਉਂਕਿ ਸੰਵਿਧਾਨ ਬਹੁਤ ਲਚਕੀਲਾ ਹੈ। ਉਹ ਕੇਂਦਰ ਦੇ ਹੱਕ 'ਚ ਵੀ ਬੋਲਦਾ ਹੈ ਤੇ ਸਟੇਟ ਗੌਰਮੈਂਟ ਦੇ ਹੱਕ ਵਿੱਚ ਵੀ ਬੋਲਦਾ ਹੈ। ਇਹ ਲੜਾਈ ਦੀ ਹਲੇ ਸਾਡੀ ਫੈਡਰਲ ਢਾਂਚੇ ਦੀ ਪਹਿਲੀ ਸ਼ੁਰੂਆਤ ਹੈ। ਇੱਕ ਹੋਰ ਮੇਨ ਸਵਾਲ ਕਿ ਪੰਜਾਬ ਜਿਹੜੀ ਹੈਗੀ ਸੂਬਾ ਸਰਕਾਰਾਂ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਰੱਦ ਕਰਨ ਦਾ ਜਿਹੜਾ ਹੈਗਾ ਅਧਿਕਾਰ ਰੱਖਦੀਆਂ, ਤਾਕਤ ਰੱਖਦੀਆਂ ਇਸ ਚੀਜ਼? ਨਹੀਂ, ਕਾਨੂੰਨੀ ਤੌਰ ਤੇ ਕੇਂਦਰ ਦੇ ਪਾਸ ਕੀਤੇ ਹੋਏ ਕਾਨੂੰਨ ਨੂੰ ਅਸੀਂ ਰੱਦ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਰੱਖਦੇ। ਅਸੀਂ ਆਪਣੀ ਸੰਖਿਆ ਦੇ ਆਧਾਰ ਤੇ, ਆਪਣੇ ਬਹੁਮਤ ਦੇ ਆਧਾਰ ਤੇ, ਆਪਣੀ ਸਰਬਸੰਮਤੀ ਦੇ ਨਾਲ ਕੇਂਦਰ ਸਰਕਾਰ ਨੂੰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਸਿਫਾਰਿਸ਼ ਤਾਂ ਕਰ ਸਕਦੇ ਹਾਂ, ਪਰ ਅਸੀਂ ਉਹਨਾਂ ਨੂੰ ਰੱਦ ਨਹੀਂ ਕਰ ਸਕਦੇ। ਸਿਫਾਰਿਸ਼ ਕੀਤੀ ਗਈ, ਕੈਪਟਨ ਸਾਹਿਬ ਨੂੰ ਅਪੀਲ ਕੀਤੀ ਗਈ ਹੈ। ਕੈਪਟਨ ਸਾਹਿਬ ਨੇ 3 ਬਿੱਲ ਪਾਸ ਕੀਤੇ ਨੇ ਤੇ ਇੱਕ ਉਹਨਾਂ ਨੇ ਇਹਨਾਂ ਕਾਨੂੰਨ ਨੂੰ ਰੱਦ ਕਰਨ ਦੇ ਲਈ ਰਾਸ਼ਟਰਪਤੀ ਨੂੰ ਇੱਕ ਰੈਜੋਲੂਸ਼ਨ ਪਾਸ ਕਰਕੇ ਦਿੱਤਾ ਹੈ, ਜੋ ਗਵਰਨਰ ਸਾਹਿਬ ਦੇ ਮਾਧਿਅਮ ਦੇ ਰਾਹੀਂ ਰਾਸ਼ਟਰਪਤੀ ਸਾਹਿਬ ਕੋਲ ਜਾਏਗਾ। ਰੱਦ ਕਰਨ ਦੇ ਮਤਾ ਪਾਇਆ ਗਿਆ, ਰੱਦ ਨਹੀਂ ਕੀਤੇ ਗਏ ਜਿਹੜੇ ਸਟੈਂਡ ਕਰਦੇ ਕਾਨੂੰਨ ਕੇਂਦਰ ਦੇ? ਤੇ ਸਟੈਂਡ ਕਰਦੇ ਨੇ ਜੀ। ਕੇਂਦਰ ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨ ਦੀ ਸੰਵਿਧਾਨਿਕ ਤੌਰ ਤੇ ਸਾਡੇ ਕੋਲ ਕੋਈ ਪਾਵਰ ਨਹੀਂ ਹੈ। ਹਾਊਐਵਰ ਇਹਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ ਉਹ ਬੜੇ ਕਲੀਅਰ ਨੇ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਰੂਲ ਬਣਾਉਣ ਦੀ ਇਹਨਾਂ ਆਪਣੇ ਲੈਵਲ ਤੇ ਆਗਿਆ ਹੈ, ਪਰ ਉਹ ਸਿਰਫ ਰੂਲ ਬਣਾ ਸਕਦੀ ਹੈ, ਉਹਨਾਂ ਨੂੰ ਰੱਦ ਨਹੀਂ ਕਰ ਸਕਦੀ। ਸੋ ਇਸ ਕਰਕੇ ਸੰਵਿਧਾਨਿਕ ਤੌਰ ਤੇ ਵੀ ਔਰ ਕਾਨੂੰਨੀ ਤੌਰ ਤੇ ਵੀ ਅਸੀਂ ਸਟੇਟ ਜਿਹੜੀ ਆ ਕੇਂਦਰ ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨ ਦਾ ਅਧਿਕਾਰ ਨਹੀਂ ਰੱਖਦੀ। ਜੇ ਪੰਜਾਬ ਸਰਕਾਰ ਕੇਂਦਰ ਦੇ ਕਾਨੂੰਨਾਂ ਨੂੰ ਲਾਗੂ ਨਹੀਂ ਕਰਦੀ, ਨਹੀਂ ਮੰਨਦੀ ਆ,
ਜ਼ਿਆਦਾਤਰ ਜਿਹੜੀ ਹੈਗੀ ਆ ਖਰੀਦ ਕੀਤੀ ਜਾਂਦੀ ਕੇਂਦਰ ਸਰਕਾਰ ਵੱਲੋਂ FCI ਵੱਲੋਂ ਕੀਤੀ ਜਾਂਦੀ ਹੈ, ਝੋਨੇ ਦੀ ਜਾਂ ਕਣਕ ਦੀ ਹੋਵੇ, ਉੱਥੋਂ CC ਲਿਮਟ ਜਾਰੀ ਹੁੰਦੀ ਆ। ਅਗਰ ਉਹ ਕੇਂਦਰ ਕਹਿ ਦਿੰਦਾ ਕਿ ਤੁਸੀਂ ਸਾਡਾ ਕਾਨੂੰਨ ਨਹੀਂ ਮੰਨਦੇ ਤੇ ਅਸੀਂ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਪੈਸਾ ਨਹੀਂ ਜਾਰੀ ਕਰਦੇ ਖਰੀਦਣ ਵਾਸਤੇ, ਜਾਂ ਖਰੀਦ ਬੰਦ ਕਰ ਦਿੰਦੇ ਆ ਕੇਂਦਰ, ਤੇ ਉਸ ਦੇ ਹਿਸਾਬ ਨਾਲ ਕਿਵੇਂ ਤੁਸੀਂ ਦੇਖਦੇ ਹੋ? ਕਿਉਂਕਿ ਕੈਪਟਨ ਸਾਹਿਬ ਨੂੰ ਵੀ ਇਹ ਸਵਾਲ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ, ਤੇ ਉੱਥੇ ਲੀਡਰਾਂ ਵੱਲੋਂ, ਸਿਆਸੀ ਪਾਰਟੀਆਂ ਵੱਲੋਂ ਵੀ ਕੀਤਾ ਗਿਆ ਸੀਗਾ, ਤੁਸੀਂ ਇਹ ਜਿਹੜਾ ਕਾਨੂੰਨ ਨਵੇਂ ਬਣਾਏ ਆ ਬਿੱਲ, ਉਹਦੇ ਵਿੱਚ ਇਹ ਸ਼ੋਰ ਨਹੀਂ ਕੀਤਾ ਗਿਆ ਕਿ ਅਗਰ ਕੇਂਦਰ ਸਰਕਾਰ ਜਾਂ ਵਪਾਰੀ ਜੇ ਇੱਕ ਇੱਕ ਦਾਣਾ ਨਹੀਂ ਖਰੀਦਦੇ ਤਾਂ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਤੁਹਾਡੇ ਜਿਹੜੇ ਹੈਗੇ ਖਰੀਦੇਗੀ ਦਾਣਾ। ਕਿਉਂਕਿ ਇਹ ਕਮੀਆਂ ਸੀ, ਇਹ ਹੜਬੜੜੀ ਦੇ ਵਿੱਚ 2022 ਦੀ ਸੂਬੇਦਾਰੀ ਦੇ ਲਈ ਮਤਾ ਲਿਆਂਦਾ ਸੀ, ਪਰ ਇਹਦੇ ਵਿੱਚ ਦੂਸਰੀਆਂ ਪਾਰਟੀਆਂ ਦਾ ਸਹਿਯੋਗ ਆਉਣ ਕਰਕੇ ਕਾਂਗਰਸ ਸਰਕਾਰ ਨੇ ਬਹੁਤ ਬੜੀਆਂ ਕਮੀਆਂ ਰੱਖ ਲਈਆਂ। ਜੇ ਦੂਸਰੀਆਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਕਾਨੂੰਨੀ ਮਾਹਿਰਾਂ ਨਾਲ ਰਾਏ ਕਰਦੇ ਤਾਂ ਜਿੰਨੇ ਲੂਪ ਪੋਲ ਸੀ ਅਸੀਂ ਉਹਨਾਂ ਨੂੰ ਸਟਰੋਂਗਲੀ ਸੁਪਰੀਮ ਕੋਰਟ ਦੇ ਵਿੱਚ ਰੱਖ ਸਕਦੇ ਸੀ। ਹੁਣ ਇਹ ਲੜਾਈ ਸੁਪਰੀਮ ਕੋਰਟ ਦੇ ਵਿੱਚ ਜਾਏਗੀ ਔਰ ਸਾਡੇ ਤੇ ਜ਼ਰੂਰ ਕੁਐਸਚਨ ਆਏਗਾ ਕਿ ਜਿਹੜਾ ਕੈਪਟਨ ਸਾਹਿਬ ਨੇ 2017 ਦੇ ਵਿੱਚ APMC ਨੂੰ ਖਤਮ ਕਰਨ ਦੇ ਲਈ ਕਾਨੂੰਨ ਬਣਾਇਆ ਸੀਗਾ, ਉਹ ਇਹਨਾਂ ਨੇ ਰੱਦ ਨਹੀਂ ਕੀਤਾ। ਸਾਡੇ ਲਈ ਉਹ ਵੀ ਬਹੁਤ ਵੱਡੀ ਅੜਚਨ ਇਸ ਮਾਮਲੇ ਦੇ ਵਿੱਚ ਕਾਨੂੰਨੀ ਰੂਪ ਵਿੱਚ ਲੈ ਕੇ ਆਏਗਾ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ, ਹਾਲਾਂਕਿ ਸਹਿਮਤੀ ਦਿੱਤੀ ਗਈ ਹੈ, ਕਿਸਾਨਾਂ ਦੇ ਨਾਲ ਖੜਨ ਕਰਕੇ ਸਹਿਮਤੀ ਦਿੱਤੀ ਗਈ ਹੈ ਵਿਰੋਧੀਆਂ ਵੱਲੋਂ, ਚਾਹੇ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਤਿੰਨੇ ਜਿਹੜੇ ਹੈਗੇ ਆ ਬਿੱਲ ਸਰਕਾਰ ਵੱਲੋਂ ਬਣਾਏ ਗਏ ਆ ਉਹ ਜ਼ਿਆਦਾਤਰ BJP ਨੂੰ ਫਾਇਦਾ ਦੇਣ ਵਾਲੇ ਆ, ਵਪਾਰੀਆਂ ਨੂੰ ਫਾਇਦਾ ਦੇਣ ਵਾਲੇ ਆ, ਉਸੇ ਤਰਜ਼ ਤੇ ਬਣਾਏ ਗਏ। ਇਹ ਬਿਲਕੁਲ ਸਹੀ ਗੱਲ ਹੈ ਜੀ, ਇਹਦੇ 'ਚ ਕੁਝ ਕਮੀਆਂ ਰੱਖੀਆਂ ਗਈਆਂ ਨੇ, ਪਰ ਜੇਕਰ ਕੈਪਟਨ ਸਰਕਾਰ ਦੂਸਰੀਆਂ ਵਿਰੋਧੀ ਪਾਰਟੀਆਂ ਨੂੰ ਔਰ ਪੰਜਾਬ ਦੇ ਮਾਹਿਰ ਲੋਕਾਂ ਨੂੰ ਜਿਹੜੇ ਕਿਸਾਨੀ ਦੇ ਕਿੱਤੇ ਔਰ ਖਿੱਤੇ ਨਾਲ ਜੁੜੇ ਹੋਏ ਨੇ, ਜੇ ਉਹਨਾਂ ਦੀ ਰਾਏ ਲੈਂਦੀ ਤਾਂ ਇਹ ਬਹੁਤ ਚੰਗਾ ਹੁੰਦਾ। ਵੱਡੇ ਪੱਧਰ 'ਤੇ ਜਿਹੜੀਆਂ ਇਹਨਾਂ ਦੇ ਵਿੱਚ ਕਮੀਆਂ ਸੀਗੀਆਂ ਉਹ ਅਸੀਂ ਇਹਨਾਂ ਨੂੰ ਦੂਰ ਕਰ ਸਕਦੇ ਸੀਗੇ। ਜਿਹੜਾ ਕਾਨੂੰਨ ਆ ਬੜਾ ਲਚਕੀਲਾ ਹੈ, ਪਰ ਅਸੀਂ ਇਹ ਕਹਿੰਦੇ ਹਾਂ ਵੀ ਚੰਗੀ ਸ਼ੁਰੂਆਤ ਹੋਈ ਹੈ। ਇਸ ਦੇ ਵਿੱਚ ਜਦੋਂ ਸੁਪਰੀਮ ਕੋਰਟ ਦੇ ਵਿੱਚ ਲੜਾਈ ਜਾਏਗੀ ਤਾਂ ਕੁਛ ਨਾ ਕੁਛ ਪੋਜ਼ਿਟਿਵ ਪੱਖ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਔਰ ਸਟੇਟ ਸਰਕਾਰ ਦਾ ਖੇਤੀਬਾੜੀ ਦੇ ਰੂਲ ਐਂਡ ਰੈਗੂਲੇਸ਼ਨ ਬਣਾਉਣ ਦੇ ਲਈ, ਸਰਕਾਰੀ ਖਰੀਦ ਦੇ ਲਈ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੂੰ ਵੱਡਾ ਡਿਸੀਜਨ ਲੈਣਾ ਪਵੇਗਾ। ਲਗਾਤਾਰ ਕਿਸਾਨ ਕਾਫੀ ਜਿਹੜਾ ਇੱਕ ਮਹੀਨਾ ਹੀ ਹੋ ਚੱਲਿਆ ਸੜਕਾਂ ਤੇ ਸੰਘਰਸ਼, ਰੇਲ ਪਟੜੀਆਂ ਤੇ ਆ। ਪ੍ਰਧਾਨ ਮੰਤਰੀ ਸਾਹਿਬ ਕੱਲ੍ਹ ਜਿਹੜੇ ਹੈਗੇ ਆ ਮੋਦੀ ਸਾਹਿਬ ਲਾਈਵ ਹੋਏ ਸੀਗੇ, ਉਹਨਾਂ ਨੇ ਇੱਕ ਵੀ ਸ਼ਬਦ ਜਿਹੜਾ ਹੈਗਾ ਇਸ ਵਿਸ਼ੇ ਤੇ ਬੋਲਿਆ ਨਹੀਂ, ਕਿਸਾਨਾਂ ਨੂੰ ਕੋਈ ਅਪੀਲ ਨਹੀਂ ਕੀਤੀ। ਕਿਵੇਂ ਦੇਖਦੇ ਹੋ? ਦੇਖੋ ਜੀ, ਪ੍ਰਧਾਨ ਮੰਤਰੀ ਸਾਹਿਬ ਮੈਂ ਇਹ ਕਹਿੰਦਾ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦਾ ਵੀ ਸੰਖਿਆ ਬਲ ਜ਼ਿਆਦਾ ਹੈ। ਉਹਨਾਂ ਨੂੰ ਇਹ ਪਤਾ ਹੈ ਵੀ ਪੰਜਾਬ ਔਰ ਹਰਿਆਣਾ ਇਹ ਦੋਹਾਂ ਦੇ ਕੁੱਲ ਮਿਲਾ ਕੇ ਮੈਂਬਰ ਪਾਰਲੀਮੈਂਟ 23 ਨੇ, ਅਤੇ ਇਹਦੇ ਵਿੱਚੋਂ ਜਿੰਨਾ ਉਹਨਾਂ ਦਾ ਬਣਦਾ ਹਿੱਸਾ ਹੈ ਜੇ ਨਹੀਂ ਵੀ ਆਉਂਦਾ ਤਾਂ ਉਹਨਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਪਰ ਸੰਖਿਆ ਬਲ ਦਾ ਇਹ ਮਤਲਬ ਨਹੀਂ ਹੁੰਦਾ ਵੀ ਤੁਸੀਂ ਬਹੁਤ ਸੰਖਿਆ ਜਿਹੜੀ ਆਵਾਜ਼ ਉੱਠ ਰਹੀ ਹੈ ਕਿਸਾਨਾਂ ਦੀ ਉਹਨੂੰ ਦਬਾ ਲਿਓ। ਪ੍ਰਧਾਨ ਮੰਤਰੀ ਸਾਹਿਬ ਨੂੰ ਨੈਤਿਕ ਤੌਰ 'ਤੇ ਔਰ ਦੇਸ਼ ਦੀ ਹੈੱਡ ਦੇ ਤੌਰ 'ਤੇ ਸਭ ਤੋਂ ਅੱਗੇ ਆ ਕੇ ਕਿਸਾਨਾਂ ਦੇ ਜਿਹੜੇ ਸ਼ੰਕੇ ਸੀਗੇ ਉਹ ਦੂਰ ਕਰਨੇ ਚਾਹੀਦੇ ਆ। ਔਰ ਮੈਂ ਤਾਂ ਉਹਨਾਂ ਨੂੰ ਇਹ ਵੀ ਅਪੀਲ ਕਰਦਾ ਕਿ ਸਰਕਾਰੀ ਖਰੀਦ ਜਿੰਨੀਆਂ ਵੀ ਫੂਡ, ਗ੍ਰੇਨ ਔਰ ਹੋਰ ਘਰੇਲੂ ਪਦਾਰਥ ਜਿਹੜੇ ਯੂਜ਼ ਦੇ ਵਿੱਚ ਆਉਂਦੇ ਨੇ, ਵਰਤੋਂ ਦੇ ਵਿੱਚ ਆਉਂਦੇ ਨੇ, ਸਰਕਾਰ ਹੀ ਉਹਨਾਂ ਦੀ ਖਰੀਦ ਕਰੇ। ਸਰਕਾਰ ਹਰ ਸਾਲ ਉਹਨਾਂ ਦਾ ਰੇਟ ਤੈਅ ਕਰੇ ਔਰ ਅਗਰ ਓਪਨ ਮਾਰਕੀਟ ਦੇ ਵਿੱਚ ਕਿਸਾਨ ਜਾਣਾ ਚਾਹੁੰਦਾ ਹੈ ਤਾਂ ਉਹ ਕਿਸਾਨ ਦੀ ਮਰਜ਼ੀ ਹੈ, ਉਹਦੇ ਵਿੱਚ ਸਾਨੂੰ ਕੋਈ ਉਹ ਨਹੀਂ। ਪਰ ਜਦੋਂ ਤੱਕ ਸਰਕਾਰੀ ਖਰੀਦ ਜਾਰੀ ਰਹੇਗੀ ਉਦੋਂ ਤੱਕ MSP ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਸਰਵਾਈਵ ਕਰੇਗੀ। ਜਦੋਂ ਸਰਕਾਰੀ ਖਰੀਦ ਬੰਦ ਹੋ ਗਈ ਤਾਂ ਜਿਹੜਾ FCI ਦਾ ਢਾਂਚਾ ਹੈ ਉਹ ਖਤਮ ਹੋ ਜਾਣਾ ਹੈ। ਉਸ ਤੋਂ ਬਾਅਦ ਸਰਕਾਰਾਂ ਨੇ FCI ਨੂੰ ਖਤਮ ਕਰ ਦੇਣਾ ਹੈ ਅਤੇ ਜਿੰਨੀ ਇਜ਼ਾਰੇਦਾਰੀ ਵਪਾਰਕ ਘਰਾਣਿਆਂ ਦੀ ਹੈ ਉਹ ਸਾਡੇ ਉੱਤੇ ਬਹੁਤ ਵੱਡੇ ਪੱਧਰ 'ਤੇ ਮਾਰੂ ਸਾਬਿਤ ਹੋਵੇਗੀ। ਸਿਆਸੀ ਮਾਰਨ ਦਾ ਮੰਨਣਾ ਹੈ, ਜਿਹੜੇ ਪਟੜੀਆਂ ਤੇ ਕਿਸਾਨ ਬੈਠੇ ਉਹਨਾਂ ਦਾ ਮੰਨਣਾ ਕਿ ਜਦੋਂ ਵੀ ਸੱਤਾ ਦੇ ਵਿੱਚ ਬਹੁਮਤ ਦੇ ਨਾਲ ਕੋਈ ਵੀ ਸਰਕਾਰ ਆਉਂਦੀ ਤਾਂ ਲੋਕਾਂ ਦੇ ਨਾਲ ਧੱਕਾ ਹੁੰਦਾ ਉਸ ਸਮੇਂ, ਕਿਉਂਕਿ ਆਪਣੀ ਮਨਮਰਜ਼ੀਆਂ ਕਰਦੀਆਂ। ਜਦੋਂ ਗੱਠਜੋੜ ਹੁੰਦਾ ਕਿਤੇ ਨਾ ਕਿਤੇ ਦਬਾਅ ਹੁੰਦਾ ਦੂਜੀ ਧਿਰ ਦਾ, ਤੇ ਸਹੀ ਮੰਨਦੇ ਇਸ ਨੂੰ? ਬਿਲਕੁਲ ਜੀ, ਆਪਾਂ ਪਿਛਲੇ ਸਮੇਂ ਤੋਂ ਜਦੋਂ ਤੋਂ ਗਠਬੰਧਨ ਦੀਆਂ ਸਰਕਾਰਾਂ 1999 ਤੋਂ BP ਸਿੰਘ ਦੀ ਸਰਕਾਰ ਤੋਂ ਹੁਣ ਤੱਕ ਆਉਂਦੀਆਂ ਰਹੀਆਂ ਨੇ, ਅਗਰ ਉਹਨਾਂ ਦੇ ਵਿੱਚ ਗੱਠਜੋੜ ਕਰਕੇ ਸਰਕਾਰ ਸੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੇਂਦਰ ਔਰ ਰਾਜ ਸਰਕਾਰਾਂ ਦਾ ਟਕਰਾਓ ਬਹੁਤ ਘੱਟ ਸੀਗਾ। ਕੁਝ ਵਿਸ਼ਿਆਂ ਦੇ ਉੱਤੇ ਬਹੁਤ ਵੱਡੇ ਮਸਲੇ ਸੀ ਜਿਹੜੇ ਸੌਫਟ ਕਾਰਨਰ 'ਤੇ ਬੈਠ ਕੇ ਹੱਲ ਵੀ ਹੋਏ ਆ, ਕਿਉਂਕਿ ਡਾਇਲੋਗ ਦੀ ਜਿਹੜੀ ਕਿਰਿਆ ਉਹ ਚੱਲਣੀ ਚਾਹੀਦੀ ਹੈ। ਪਰ ਜਦੋਂ ਬਹੁਤ ਸੰਖਿਆ ਦੇ ਵਿੱਚ ਇੱਕ ਪਾਰਟੀ ਮੈਜੋਰਿਟੀ ਦੇ ਵਿੱਚ ਆਉਂਦੀ ਹੈ
ਉਹ ਹਮੇਸ਼ਾ ਕਿਤੇ ਨਾ ਕਿਤੇ ਜਿਹੜਾ ਸਾਡਾ ਭਾਰਤੀ ਲੋਕਤੰਤਰ ਦਾ ਇਤਿਹਾਸ ਰਿਹਾ ਹੈ 1947 ਤੋਂ ਲੈ ਕੇ ਹੁਣ ਤੱਕ ਅਸੀਂ ਦੇਖਦੇ ਹਾਂ, ਚਾਹੇ ਪਹਿਲਾਂ ਇੰਦਰਾ ਗਾਂਧੀ ਦੀ ਨੁਮਾਇੰਦਗੀ ਵਿੱਚ ਸੀ ਜਾਂ ਰਾਜੀਵ ਗਾਂਧੀ ਸਾਹਿਬ ਦੀ ਨੁਮਾਇੰਦਗੀ ਵਿੱਚ ਸਰਕਾਰ ਚੱਲੀ ਹੈ, ਉਹਨਾਂ ਨੇ ਕਿਤੇ ਨਾ ਕਿਤੇ ਸਟੇਟਾਂ ਦਾ ਗਲਾ ਘੋਟਿਆ ਹੈ। ਸਟੇਟਾਂ ਦੇ ਅਧਿਕਾਰ ਜਿਹੜੇ ਹੈ ਉਹ ਕਿਤੇ ਨਾ ਕਿਤੇ ਬਹੁਤ ਪਿੱਛੇ ਰੱਖੇ ਹੈ। ਆਪਣੀਆਂ ਮਨਮਰਜ਼ੀਆਂ ਆਪਣੇ ਹਿਸਾਬ ਦੇ ਨਾਲ ਕਨਸਟੀਟਿਊਸ਼ਨ ਨੂੰ ਯੂਜ਼ ਕੀਤਾ ਹੈ, ਆਪਣੇ ਹਿਸਾਬ ਦੇ ਨਾਲ ਜੁਡੀਸ਼ਰੀ ਨੂੰ ਯੂਜ਼ ਕਰਿਆ ਹੈ, ਅਤੇ ਬਹੁਤ ਸੰਖਿਅਕ ਜਿਹੜੀ ਬਹੁਮਤ ਹੈਗਾ ਉਹ ਕਿਤੇ ਨਾ ਕਿਤੇ ਭਾਰਤੀ ਰਾਜਨੀਤੀ ਦੇ ਦੌਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਉਹ ਸਾਡੇ ਦੇ ਲਈ ਬਹੁਤ ਮਾੜਾ ਹੈ। ਇੱਕ ਸਿਆਸੀ ਪਾਰਟੀਆਂ ਅੱਜ ਮੇਨ ਜੇ ਗੱਲ ਕੀਤੀ ਜਾਵੇ ਤਾਂ ਇੱਕ ਬੀਜੇਪੀ, ਕਾਂਗਰਸ ਤੇ ਅਕਾਲੀ ਦਲ ਜਿਹੜੀ ਹੈਗੀ ਆ। ਅਕਾਲੀ ਦਲ ਬੀਜੇਪੀ ਦਾ ਗੱਠਜੋੜ ਸੀਗਾ। ਅੱਜ ਅਕਾਲੀ ਦਲ ਤੇ ਕਾਂਗਰਸ ਜਿਹੜੀਆਂ ਕਿਸਾਨਾਂ ਦੇ ਹੱਕ 'ਚ ਖੜਨ ਦਾ ਕਰ ਰਹੀਆਂ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ। ਕੇਂਦਰ ਨੇ ਗਲਤ ਕੀਤਾ, ਗੱਠਜੋੜ ਵੀ ਤੋੜਿਆ ਅਕਾਲੀ ਦਲ ਨੇ, ਜਿਹਨੂੰ ਕਾਫੀ ਸਰਾਹਿਆ ਜਾ ਰਿਹਾ। ਪਰੰਤੂ ਅਗਰ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੀ, ਜਦੋਂ ਇਹਨਾਂ ਦੀਆਂ ਕੇਂਦਰ ਦੇ ਵਿੱਚ ਕਈ ਸਾਲ ਜਿਹੜੇ 10-10 ਸਾਲ ਲਗਾਤਾਰ ਸਰਕਾਰਾਂ ਰਹੀਆਂ, ਉਦੋਂ ਕਿਉਂ ਜਿਹੜਾ ਹੈਗਾ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ ਗਈ? ਅਗਰ ਕਿਸਾਨਾਂ ਦੇ ਹੱਕ ਦੇ ਵਿੱਚ ਸੀਗੀਆਂ ਤਾਂ ਸਵਾਮੀਨਾਥਨ ਰਿਪੋਰਟ ਅੱਜ ਤੱਕ ਲਾਗੂ ਨਹੀਂ ਹੋਈ। ਕੀ ਮੰਨਦੇ ਹੋ? ਦੇਖੋ ਜੀ, ਕਿਸਾਨ ਨੂੰ ਔਰ ਮਜ਼ਦੂਰ ਨੂੰ ਅੱਜ ਤੱਕ ਸਿਆਸੀ ਪਾਰਟੀਆਂ ਨੇ ਸਿਰਫ ਤੇ ਸਿਰਫ ਵਕਤੀ ਤੌਰ ਤੇ ਵੋਟ ਬੈਂਕ ਦੇ ਤੌਰ ਤੇ ਵਰਤਿਆ ਹੈ। ਜਦੋਂ ਕਿਸੇ ਦਾ ਦਮ ਘੁੱਟਦਾ ਹੋਵੇ, ਅਗਰ ਉਹਨੂੰ ਸਾਹ ਆ ਜਾਵੇ ਤਾਂ ਉਹ ਵਿਅਕਤੀ ਉਸ ਬੰਦੇ ਦੇ ਗੁਣ ਗਾਉਂਦਾ ਹੈ। ਇਹਨਾਂ ਨੇ ਵਕਤੀ ਤੌਰ ਤੇ ਕਦੇ ਨਾ ਕਦੇ ਛੋਟੀਆਂ-ਛੋਟੀਆਂ ਮੰਗਾਂ ਜਾਂ ਕਿਸਾਨ ਦੀਆਂ, ਮਜ਼ਦੂਰਾਂ ਦੀਆਂ ਜਾਂ ਦੇਸ਼ ਦੇ ਹੋਰ ਆਮ ਨਾਗਰਿਕ ਨੂੰ ਕਦੇ ਨਾ ਕਦੇ ਬਹੁਤ ਥੋੜ੍ਹੇ ਰਿਲੀਫ ਦੇ ਕੇ ਵੋਟ ਬੈਂਕ ਜਿਹੜਾ ਆਪਣਾ ਬਟੋਰਿਆ ਹੈ। ਇਹ ਜਿਹੜਾ ਸਾਡੇ ਲੋਕਤੰਤਰ ਦੇ ਲਈ ਬਹੁਤ ਬੜੀ ਘਾਤਕ ਵੀ ਚੀਜ਼ ਹੈ। ਔਰ ਕਿਸਾਨ ਜਿਹੜਾ ਖਾਸ ਕਰ ਅਸੀਂ ਦੇਖਦੇ ਹਾਂ ਵੀ ਪੰਜਾਬ ਦਾ, ਹਰਿਆਣੇ ਦਾ, ਇਹ ਕਿਸਾਨ ਸਾਊਥ ਇੰਡੀਅਨ ਕਿਸਾਨ ਦੇ ਨਾਲੋਂ, ਯੂਪੀ ਦੇ ਕਿਸਾਨ ਦੇ ਨਾਲੋਂ ਔਰ ਬਿਹਾਰ ਦੇ ਕਿਸਾਨ ਦੇ ਨਾਲੋਂ ਰਾਜਨੀਤਿਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ ਇਹ ਜ਼ਿਆਦਾ ਚੇਤਨ ਹੈ। ਇਸ ਕਰਕੇ ਜਿਹੜੀ ਇਹ ਲਹਿਰ ਹਮੇਸ਼ਾ ਕਿਸਾਨੀ ਦੀ ਉੱਠਦੀ ਆ, ਉਹ ਪੰਜਾਬ ਤੋਂ ਹੀ ਉੱਠਦੀ ਆ। ਔਰ ਜਿਹੜੀ ਇਹ ਲਹਿਰ ਉੱਠੀ ਆ, ਇਹ ਹੌਲੀ ਜਿਹੜੀ ਹੈ ਅਸੀਂ ਦੇਖਿਆ, ਹੁਣ ਮੀਡੀਆ ਦੇ ਰਾਹੀਂ ਵੀ ਦੇਖਿਆ ਹੈ, ਸੋਸ਼ਲ ਮੀਡੀਆ ਦੇ ਰਾਹੀਂ ਤਾਂ ਇਹ ਬਹੁਤ ਜ਼ਿਆਦਾ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ। ਪਰ ਇਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਚਾਹੇ ਉਹ ਪੰਜਾਬ ਦੀਆਂ ਨੇ, ਚਾਹੇ ਉਹ ਬਿਹਾਰ ਦੀਆਂ ਨੇ, ਚਾਹੇ ਉਹ ਉੱਤਰ ਪ੍ਰਦੇਸ਼ ਦੀਆਂ ਨੇ, ਚਾਹੇ ਮਹਾਰਾਸ਼ਟਰ ਨੂੰ ਬਿਲੋਂਗ ਕਰਦੀਆਂ ਨੇ, ਇਹ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਖੇਡਦੀਆਂ ਨੇ। ਅਤੇ ਜਦੋਂ ਸੱਤਾ 'ਚ ਆਉਂਦੀਆਂ ਨੇ, ਇਹਨਾਂ ਦਾ ਹਿੱਤ ਸਿਰਫ ਤੇ ਸਿਰਫ ਸਰਕਾਰ ਬਣਾਉਣਾ ਜਾਂ ਸਰਕਾਰ ਨੂੰ ਬਚਾਉਣਾ ਹੁੰਦਾ ਹੈ। ਜ਼ਮੀਨੀ ਪੱਧਰ ਉੱਤੇ ਕਿਸਾਨੀ, ਮਜ਼ਦੂਰੀ ਔਰ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਨੂੰ ਚੱਕਣ ਦਾ ਜਿਹੜਾ ਵਿਸ਼ਾ ਹੈ ਉਹ ਬਹੁਤ ਦੂਰ ਰਹਿ ਜਾਂਦਾ। ਬੀਜੇਪੀ ਤੋਂ ਪਹਿਲਾਂ ਜਦੋਂ 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਕੇਂਦਰ ਦੇ ਵਿੱਚ, ਉਸ ਸਮੇਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ। ਕੀ ਲੱਗਦਾ ਹੈ ਕਿ ਅਗਰ ਲਾਗੂ ਹੋ ਜਾਂਦੀ ਸਵਾਮੀਨਾਥਨ ਰਿਪੋਰਟ, ਕਾਂਗਰਸ ਲਾਗੂ ਕਰ ਦਿੰਦੀ, ਤਾਂ ਅੱਜ ਸ਼ਾਇਦ ਜੇ ਕੇਂਦਰ ਵੱਲੋਂ ਜਿਹੜੇ ਨਵੇਂ ਬਿੱਲ ਲਿਆਂਦੇ ਗਏ ਕਾਨੂੰਨ, ਕਿ ਉਹ ਨਾ ਆਉਂਦੇ, ਸ਼ਾਇਦ ਕਿਸਾਨਾਂ ਨੂੰ ਅੱਜ ਸੜਕਾਂ 'ਤੇ ਨਾ ਰੁਲਣਾ ਪੈਂਦਾ। ਕੀ ਮੰਨਦੇ ਤੁਸੀਂ ਕਾਂਗਰਸ ਜ਼ਿੰਮੇਵਾਰ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ, ਉਸ ਕਰਕੇ ਅੱਜ ਕਿਸਾਨਾਂ ਨੂੰ ਜਿਹੜਾ ਰੇਲਾਂ 'ਤੇ ਰੁਲਣਾ ਪੈ ਰਿਹਾ? ਅਗਰ ਕਾਂਗਰਸ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੰਦੀ ਤਾਂ ਕਿਸਾਨਾਂ ਦੀ ਦਸ਼ਾ ਔਰ ਦਿਸ਼ਾ ਦੇ ਵਿੱਚ ਕਾਫੀ ਸੁਧਾਰ ਹੋਣਾ ਸੀ। ਮੋਦੀ ਸਾਹਿਬ ਨੇ ਬਹੁਤ ਜ਼ਿਆਦਾ ਕਾਨੂੰਨ ਉਹ ਲੈ ਕੇ ਆਂਦੇ ਨੇ, NRC ਦਾ ਲੈ ਲਈਏ, ਨਾਗਰਿਕਤਾ ਬਿੱਲ ਲੈ ਲਈਏ ਔਰ ਕਿਸਾਨਾਂ ਵਾਲਾ ਲੈ ਲਈਏ, ਜਿਹੜਾ ਕਿ ਆਲਰੇਡੀ UPA 1 ਔਰ 2 ਦੇ ਏਜੰਡੇ ਦੇ ਵਿੱਚ ਸੀਗਾ। ਮੋਦੀ ਸਾਹਿਬ ਹੂ ਉਹੀ ਬਿੱਲ ਲੈ ਕੇ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਾਂਗਰਸ ਨੇ ਪਹਿਲਾਂ ਆਪਣੇ ਸਮੇਂ 10 ਸਾਲਾਂ ਦੇ ਸ਼ਾਸਨ ਦੌਰਾਨ ਸੰਸਦ ਵਿੱਚ ਲੈ ਕੇ ਆਂਦੇ ਸੀ, ਪਰ ਵਿਰੋਧ ਦੇ ਕਾਰਨ ਉਹ ਵਾਪਸ ਕਰਨੇ ਪਏ। ਸਵਾਮੀਨਾਥਨ ਰਿਪੋਰਟ ਅੱਜ ਦੀ ਡੇਟ 'ਚ ਦੇਖੀਏ ਆਪਾਂ, 2004 ਦੇ ਵਿੱਚ ਉਹਦੀ ਫਾਰਮੇਸ਼ਨ ਹੁੰਦੀ ਹੈ, ਅਤੇ ਇੰਨੀ ਸਮਾਂ ਹੋ ਗਿਆ, 17 ਸਾਲ ਹੋ ਗਏ ਹੈ ਉਸ ਰਿਪੋਰਟ 'ਤੇ ਕੰਮ ਹੁੰਦਿਆਂ ਹੋਇਆਂ ਵੀ। ਸਾਡੇ ਲਈ ਔਰ ਸਾਡੇ ਲੋਕਤੰਤਰ ਦੇ ਲਈ ਇਹ ਸਭ ਤੋਂ ਵੱਡਾ ਖਤਰਾ ਹੈ ਵੀ 17 ਸਾਲਾਂ ਦੇ ਵਿੱਚ ਅਗਰ ਅਸੀਂ ਇੱਕ ਕਿਸਾਨ, ਮਜ਼ਦੂਰ ਦੇ ਲਈ ਇੱਕ ਰਿਪੋਰਟ ਲਾਗੂ ਨਹੀਂ ਕਰ ਸਕਦੇ, ਤਾਂ ਜਿਹੜੀਆਂ ਬਾਕੀ ਸਮੱਸਿਆਵਾਂ ਇਹਨਾਂ 17 ਸਾਲਾਂ ਦੌਰਾਨ ਵਕਤੀ ਤੌਰ 'ਤੇ ਔਰ ਲੰਮੇ ਸਮੇਂ ਦੌਰਾਨ ਸੰਸਾਰੀਕਰਨ ਦੇ ਦੌਰ ਦੇ ਵਿੱਚ ਕਿਸਾਨਾਂ ਨੂੰ ਆ ਗਈਆਂ, ਉਹਨਾਂ ਦਾ ਅਸੀਂ ਹੱਲ ਕਦੋਂ ਕਰਾਂਗੇ? ਫਿਰ ਜਦੋਂ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ, ਕਿਸਾਨਾਂ ਦੇ ਹੱਕ ਦੇ ਵਿੱਚ ਸੀਗੀ, ਫਿਰ ਅੱਜ ਕਿਸ ਦੇ ਮਕਸਦ ਦੇ ਨਾਲ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਕਿਸਾਨ ਹਿਤੈਸ਼ੀ, ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹਾਂ? ਕਾਂਗਰਸ ਸੰਸਦ ਦੇ ਵਿੱਚ ਕੁਝ ਹੋਰ ਹੈ ਅਤੇ ਬਾਹਰ ਉਹਨੇ ਕੁਛ ਆ ਕੇ ਹੋਰ ਸਿਸਟਮ ਦਿੱਤਾ ਹੈ। ਸਿਰਫ ਕਾਂਗਰਸ ਹੀ ਦੇਸ਼ ਦੀ ਵਿਰੋਧੀ ਮੇਨ ਪਾਰਟੀ ਸੀ ਜੋ ਸੰਸਦ ਦੇ ਵਿੱਚ ਡਟ ਕੇ ਦੂਸਰੇ ਸਹਿਯੋਗੀ ਸਾਥੀਆਂ ਨੂੰ ਨਾਲ ਲੈ ਕੇ ਇਹਦਾ ਲੋਕ ਸਭਾ ਵਿੱਚ ਵੀ ਵਿਰੋਧ ਕਰ ਸਕਦੀ ਸੀ ਔਰ ਰਾਜ ਸਭਾ ਦੇ ਵਿੱਚ ਪੂਰੀ ਤਾਕਤ ਦੇ ਨਾਲ ਇਹਨਾਂ ਬਿੱਲਾਂ ਨੂੰ ਗਿਰਾ ਸਕਦੀ ਸੀ। ਪਰ ਮਾੜੀ ਗੱਲ ਇਹ ਹੈ ਕਿ ਸੰਸਦ ਦੇ ਵਿੱਚ ਸੋਨੀਆ ਗਾਂਧੀ ਜੀ
ਰਾਹੁਲ ਗਾਂਧੀ ਜੀ ਇਹਨਾਂ ਬਿੱਲਾਂ ਦੇ ਪਾਸ ਹੋਣ ਸਮੇਂ ਗੈਰ ਹਾਜ਼ਰ ਸੀ। ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਹੈ ਉਹ ਦੇਸ਼ ਦੇ ਲਈ, ਦੇਸ਼ ਦੇ ਲੋਕਤੰਤਰ ਦੇ ਲਈ ਇਹਨਾਂ ਬਿੱਲਾਂ ਦੇ ਸੰਬੰਧ ਵਿੱਚ ਬਹੁਤ ਘਾਤਕ ਸਿੱਧ ਹੋਏਗੀ। ਦੂਸਰੀ ਗੱਲ, ਜਦੋਂ ਕਿਸਾਨਾਂ ਨੇ ਬਹੁਤ ਵੱਡੇ ਹਜੂਮ ਦੇ ਨਾਲ ਜਨ ਮਾਨਸ ਨੂੰ ਨਾਲ ਲੈ ਕੇ ਇਸ ਅੰਦੋਲਨ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਹੀ ਅਕਾਲੀ ਦਲ ਦਾ ਰਿਐਕਸ਼ਨ, ਉਸ ਤੋਂ ਬਾਅਦ ਹੀ ਕਾਂਗਰਸ ਦੀ ਵਕਤੀ ਤੌਰ ਤੇ ਜਿਹੜੀ ਟਰੈਕਟਰ ਰੈਲੀ, ਉਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦਾ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ, ਇਹ 2022 ਦੀ ਚੋਣ ਦੇ ਲਈ ਸੂਬੇਦਾਰੀ ਲੈਣ ਦੇ ਲਈ ਅੱਗੇ ਆਇਆ। ਜੇਕਰ ਇਹਨਾਂ ਨੂੰ ਕਿਸਾਨਾਂ ਦਾ ਇੰਨਾ ਦੁੱਖ ਹੁੰਦਾ ਤਾਂ ਇਹ ਸਾਰੇ, ਜਦੋਂ ਮਤਾ ਪੇਸ਼ ਕੀਤਾ ਗਿਆ ਸੀ, ਆਰਡੀਨੈਂਸ ਆਇਆ ਸੀ, ਉਹਨਾਂ ਨੂੰ ਡੀਪਲੀ ਪੜ੍ਹਦੇ, ਉਹਨਾਂ ਦੀਆਂ ਕਮੀਆਂ ਨੂੰ ਗਿਣਦੇ ਤੇ ਉਦੋਂ ਸੰਸਦ ਦੇ ਵਿੱਚ ਆਵਾਜ਼ ਰੱਖਦੇ। ਰਾਜ ਸਭਾ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ 35 ਮੈਂਬਰ ਨੇ, ਲੋਕ ਸਭਾ ਸਾਡੇ 23 ਨੇ ਤੇ ਰਾਜ ਸਭਾ ਦੇ ਵਿੱਚ ਦੋਹਾਂ ਸਟੇਟਾਂ ਦੇ, ਪੰਜਾਬ ਹਰਿਆਣਾ ਦੇ 22 ਮੈਂਬਰ ਨੇ ਔਰ ਸਾਡੇ 117 MLA। ਜੇਕਰ ਇਹ ਜਾ ਕੇ ਰਾਜ ਸਭਾ ਦੇ ਵਿੱਚ ਅਸਤੀਫਾ ਦਿੰਦੇ, ਲੋਕ ਸਭਾ ਦੇ ਵਿੱਚ ਅਸਤੀਫਾ ਦਿੰਦੇ, ਆਪਣੀਆਂ ਅਸੈਂਬਲੀਆਂ ਤੋਂ ਅਸਤੀਫਾ ਦੇ ਕੇ ਇਹ ਸੰਸਦ ਦੇ ਬਾਹਰ ਧਰਨੇ ਤੇ ਬੈਠਦੇ ਤਾਂ ਪੂਰੇ ਵਰਲਡ ਨੂੰ ਪਤਾ ਲੱਗਦਾ ਵੀ ਇਹ ਕਿਸਾਨੀ ਦੇ ਲਈ ਲੜ ਰਹੇ ਆ। ਲੇਕਿਨ ਹੁਣ ਜਿਹੜੀ ਇਹਨਾਂ ਦੀ ਲੜਾਈ ਹੈ ਉਹ ਵਕਤੀ ਲੜਾਈ ਹੈ, 2022 ਨੂੰ ਬਚਾਉਣ ਦੇ ਲਈ ਆ ਔਰ 2022 ਨੂੰ ਬਚਾਉਣ ਦੇ ਲਈ ਹੀ ਇਹ ਮਜਬੂਰੀ, ਬਸ ਇਹਨਾਂ ਨੂੰ ਇਹ ਬਿੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੇ ਪ੍ਰੈਸ਼ਰ ਹੇਠ ਲੈ ਕੇ ਆਉਣੇ ਪਏ ਨੇ। ਜਿਵੇਂ ਕਿਸਾਨ ਲਗਾਤਾਰ ਰੇਲ ਪਟੜੀਆਂ ਤੇ ਬੈਠੇ, ਟੋਲ ਪਲਾਜ਼ਾ ਦੇ ਉੱਤੇ ਆ, ਮੌਲ ਘੇਰੇ ਹੋਏ, ਰਿਲਾਇੰਸ ਦੇ, ਕੇਂਦਰ ਦੀ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਤੇ ਨਾ ਕਿਤੇ ਚਰਚਾ ਵੀ ਸੁਣੀ ਜਾ ਰਹੀ ਹੈ ਕਿ ਸ਼ਾਇਦ ਕੇਂਦਰ ਸਰਕਾਰ ਵੱਲੋਂ ਐਮਰਜੈਂਸੀ ਲਗਾ ਦਿੱਤੀ ਜਾਵੇਗੀ, ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ, ਇੰਟਰਨੈਟ ਸੇਵਾਵਾਂ ਬੰਦ ਹੋ ਜਾਣਗੀਆਂ, ਜਿਸ ਤਰ੍ਹਾਂ ਲਗਾਤਾਰ ਕਿਸਾਨ ਧਰਨੇ ਤੇ ਬੈਠੇ। ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਟਕਰਾਓ ਪੈਦਾ ਹੋ ਰਿਹਾ, ਕੀ ਇਹ ਸਥਿਤੀ ਆ ਸਕਦੀ ਹੈ? ਮੈਂ ਅੱਜ ਦੇ ਦੌਰ ਦੇ ਵਿੱਚ ਜੋ ਕੇਂਦਰ ਸਰਕਾਰ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਸੰਸਦ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਔਰ ਦੋਹਾਂ ਰੂਲਿੰਗ ਪਾਰਟੀਆਂ ਜਿਹੜੇ ਕੇਂਦਰ ਔਰ ਪੰਜਾਬ ਦੇ ਵਿੱਚ ਆ, ਉਹਨਾਂ ਦੇ ਪ੍ਰੈਸ ਰਿਲੀਜ਼ਾਂ ਦੇ ਵਿੱਚ ਦੇਖਿਆ, ਇੱਦਾਂ ਦਾ ਮੈਨੂੰ ਹਲੇ ਕੋਈ ਵੀ ਜਿਹੜਾ ਸੰਕੇਤ ਨਹੀਂ ਲੱਗਦਾ। ਔਰ ਨਾ ਹੀ ਮੋਦੀ ਸਾਹਿਬ ਇਹ ਐਡੀ ਭਾਰੀ ਗਲਤੀ ਕਰਨਗੇ, ਕਿਉਂਕਿ ਪੰਜਾਬ ਹਮੇਸ਼ਾ ਖਤਰੇ ਵਾਲੀ ਸਟੇਟ ਰਿਹਾ ਹੈ। ਸਾਡਾ ਇਸ ਸਮੇਂ ਅਗਰ ਪੰਜਾਬ ਦੇ ਵਿੱਚ ਕੋਈ ਡਿਸਟਰਬੈਂਸ ਹੁੰਦੀ ਹੈ ਤਾਂ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੀ ਹੋਣਾ ਹੈ। ਜਿਵੇਂ ਅਸੀਂ 1978 ਦੇ ਵਿੱਚ ਨਿਰੰਕਾਰੀ ਕਾਂਡ ਤੋਂ ਬਾਅਦ 1995 ਤੱਕ ਅਸੀਂ ਪੰਜਾਬ ਨੂੰ ਬਲਦੇ ਦੇਖਿਆ ਹੈ, ਤਾਂ ਉਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਪੰਜਾਬ ਦੇ ਵਿੱਚ ਪੈਦਾ ਹੋ ਸਕਦੀਆਂ ਨੇ। ਕੇਂਦਰ ਸਰਕਾਰ ਨੂੰ ਬਹੁਤ ਸੰਯਮ ਦੇ ਨਾਲ ਪੰਜਾਬ ਸਰਕਾਰ ਦੀ ਔਰ ਪੰਜਾਬ ਦੇ ਕਿਸਾਨ ਦੀ ਗੱਲ ਸੁਣਨੀ ਪੈਣੀ ਹੈ। ਔਰ ਜਿੰਨੀਆਂ ਵੀ ਰਿਪੋਰਟਸ, ਜਿੰਨਾ ਅਸੀਂ ਸਿਸਟਮ ਐਨਾਲਿਸਿਸ ਕਰਦੇ ਹਾਂ ਮੀਡੀਆ ਦੇ ਰਾਹੀਂ, ਉਹਦੇ ਵਿੱਚ ਅਗਰ ਕੇਂਦਰ ਸਰਕਾਰ ਇਹੋ ਜਿਹਾ ਗਲਤ ਕਦਮ ਉਠਾਉਂਦੀ ਹੈ ਤਾਂ ਉਹ ਦੇਸ਼ ਦੇ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖਤਰਾ ਹੋਵੇਗਾ। ਬੀਤੇ ਦਿਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਕਤਲ ਵੀ ਹੋਇਆ ਕਾਮਰੇਡ ਸਾਹਿਬ ਦਾ, ਤੇ ਸਿਆਸੀ ਪਾਰਟੀਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਕੇਂਦਰ ਸਰਕਾਰ ਦੀ ਸਿਆਸਤ ਆ, ਕਿਸਾਨਾਂ ਦੇ ਜਿਹੜੇ ਹੈਗੇ ਆ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਲਈ ਜਿਹੜੀ ਹੈਗੀ ਚਾਲਾਂ ਚੱਲੀਆਂ ਜਾ ਰਹੀਆਂ। ਬੀਜੇਪੀ ਦੇ ਜਿਹੜੇ ਹੈਗੇ ਲੀਡਰ ਉਹ ਵੀ ਬਿਆਨ ਦੇ ਰਿਹਾ, ਕਿਤੇ ਨਾ ਕਿਤੇ ਭੜਕਾਊ ਬਿਆਨ ਦੇ ਰਿਹਾ ਵੀ ਕਾਨੂੰਨ ਨਹੀਂ ਵਾਪਸ ਹੋਣਾ, ਅਸੀਂ ਡਰਦੇ ਨਹੀਂ ਧਰਨਿਆਂ ਤੋਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਹਾਲਾਤ ਕਿੱਦਾਂ ਦੇ ਹੋਣ? ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਘਟਨਾ ਦਾ ਪੰਜਾਬ ਦੇ ਵਿੱਚ ਹੋਣਾ, ਲੰਮੇ ਸਮੇਂ ਤੋਂ ਇਹ ਘਟਨਾਵਾਂ 1978 ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲਦੀਆਂ ਰਹੀਆਂ ਨੇ। ਇਹ ਸਾਡੇ ਲਈ ਵੀ ਔਰ ਸਮਾਜ ਦੇ ਲਈ ਵੀ ਔਰ ਧਾਰਮਿਕ ਤੌਰ 'ਤੇ ਸਾਰੇ ਦੇਸ਼ ਵਾਸੀਆਂ ਲਈ ਬਹੁਤ ਮਾੜੀ ਘਟਨਾ ਹੈ। ਦੂਸਰੀ ਗੱਲ ਹੈ, ਅਗਰ ਇਹਨਾਂ ਘਟਨਾ ਨੂੰ ਅਸੀਂ ਰਾਜਸੀ ਰੰਗ ਦੇਵਾਂਗੇ ਔਰ ਕੋਈ ਵੀ ਕਿਸੇ ਵਿਅਕਤੀ ਦਾ ਕਤਲ ਹੁੰਦਾ ਹੈ ਜਾਂ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਕਿਸੇ ਸੰਘਰਸ਼ ਦੇ ਵਿੱਚ, ਉਹਨਾਂ 'ਤੇ ਅਸੀਂ ਰਾਜਨੀਤਿਕ ਪ੍ਰਤੀਕਿਰਿਆ ਦੇਵਾਂਗੇ, ਰਾਜਨੀਤਿਕ ਪਾਰਟੀਆਂ ਉਹਨਾਂ 'ਤੇ ਆ ਕੇ ਵੋਟ ਬੈਂਕ ਦੀ ਰਾਜਨੀਤੀ ਕਰਨਗੀਆਂ, ਇਹ ਸਮਾਜ ਲਈ ਔਰ ਦੇਸ਼ ਦੀ ਰਾਜਨੀਤੀ ਦੇ ਲਈ ਖਤਰਾ ਹੈ। ਅੱਜ ਦੇ ਦੌਰ ਦੇ ਵਿੱਚ ਪੰਜਾਬ ਦਾ ਨੌਜਵਾਨ ਜਿਹੜਾ ਹੈ, ਅਸੀਂ ਧਰਨਿਆਂ ਦੇ ਵਿੱਚ ਖੁਦ ਵੀ ਜਾਂਦੇ ਹਾਂ, 16 ਸਾਲ ਦਾ ਬੱਚਾ ਵੀ ਕਿਸਾਨਾਂ ਦੇ ਨਾਲ ਹੈ, ਛੋਟੇ ਛੋਟੇ ਬੱਚੇ ਵੀ ਕਿਸਾਨਾਂ ਦੇ ਨਾਲ ਹੈ, 90 ਸਾਲ ਦੇ ਬਜ਼ੁਰਗ ਔਰਤਾਂ ਵੀ ਕਿਸਾਨਾਂ ਦੇ ਨਾਲ ਹੈ। ਪੰਜਾਬ ਦੀਆਂ ਲਗਭਗ 3-4 ਪੀੜ੍ਹੀਆਂ ਜਿਹੜੀਆਂ ਇਕੱਠੀਆਂ ਨੇ ਉਹ ਕਿਸਾਨੀ ਧਰਨਿਆਂ ਦੇ ਵਿੱਚ ਜਾ ਰਹੀਆਂ ਨੇ। ਪੰਜਾਬ ਦਾ ਕਿਸਾਨ, ਪੰਜਾਬ ਦਾ ਨੌਜਵਾਨ, ਪੰਜਾਬ ਦਾ ਕੋਈ ਵੀ ਐਸਾ ਵਿਅਕਤੀ ਜਿਹੜਾ ਧਰਨਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਸਪੋਰਟ ਜਾ ਰਿਹਾ ਹੈ, ਅਸੀਂ ਕਿਤੇ ਵੀ ਨਹੀਂ ਦੇਖਿਆ ਕਿ ਉਹ ਵਾਇਲੇਸ਼ਨ ਦੀ ਗੱਲ ਕਰਦਾ ਹੈ। ਉਹ ਸਿਰਫ ਤੇ ਸਿਰਫ ਸ਼ਾਂਤੀ ਦੇ ਨਾਲ ਆਪਣੇ ਧਰਨਿਆਂ 'ਤੇ ਬੈਠਾ ਹੈ, ਕੋਈ ਹਿੰਸਕ ਗੱਲ ਨਹੀਂ ਕਰ ਰਿਹਾ। ਪਰ
ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਕੁਝ ਸ਼ਰਾਰਤੀ ਜਿਹੜੇ ਅਨਸਰ ਨੇ, ਅਸੀਂ ਪੰਜਾਬ ਦੇ ਵਿੱਚ ਦੇਖਿਆ ਹੈ ਵੀ ਕਿਵੇਂ ਅੱਤਵਾਦ ਜਿਹੜਾ ਗਵਰਨਮੈਂਟ ਸਪਾਂਸਰ ਹੋ ਕੇ ਫੈਲਿਆ ਤੇ ਉਹਨੂੰ ਬਾਅਦ ਦੇ ਵਿੱਚ ਰਾਜਨੀਤੀਕਰਨ ਦੇ ਵਿੱਚ ਪੰਜਾਬ ਦੇ ਸਿਰ ਹੀ ਮੜ੍ਹ ਦਿੱਤਾ ਗਿਆ ਹੈ। ਅਜਿਹੀਆਂ ਘਟਨਾਵਾਂ ਤੋਂ ਪੰਜਾਬ ਨੂੰ, ਪੰਜਾਬ ਦੇ ਨੌਜਵਾਨ ਨੂੰ, ਪੰਜਾਬ ਦੇ ਬੁੱਧੀਜੀਵੀ ਵਰਗ ਨੂੰ, ਖਾਸ ਕਰ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਔਰ ਸਾਡੇ ਪ੍ਰਿੰਟ ਮੀਡੀਆ ਹੈ, ਇਹਨਾਂ ਨੂੰ ਬਹੁਤ ਅਵੇਅਰ ਹੋਣਾ ਪਏਗਾ। ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀਆਂ ਲੋਕਲ ਪੰਚਾਇਤਾਂ ਦੀ, ਲੋਕਲ ਨੁਮਾਇੰਦਿਆਂ ਦੀ ਬਣ ਜਾਂਦੀ ਹੈ, ਜਿਹੜੇ ਸਮਾਜ ਦੇ ਵਿੱਚ ਰਿਸਪੈਕਟੇਬਲ ਸਥਾਨ ਰੱਖਦੇ ਨੇ ਵੀ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਹੁੰਦੀ ਹੈ ਉਹਦੇ ਪਿੱਛੇ ਦਾ ਮਕਸਦ ਕਲੀਅਰ ਕਰਨਾ ਇਨਵੈਸਟੀਗੇਸ਼ਨ ਏਜੰਸੀ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਉਸ 'ਤੇ ਦਬਾਅ ਪਾਇਆ ਜਾਵੇ, ਨਾ ਕਿ ਇਹਨਾਂ ਨੂੰ ਫਿਰਕੂ ਔਰ ਰਾਜਨੀਤਿਕ ਰੰਗਤ ਦਿੱਤੀ ਜਾਵੇ। ਅੰਤ ਦੇ ਵਿੱਚ ਮੈਂ ਪੁੱਛਣਾ ਚਾਹਾਂਗਾ, ਜੋ ਪੰਜਾਬ ਸਰਕਾਰ ਵੱਲੋਂ ਕੈਪਟਨ ਸਾਹਿਬ ਵੱਲੋਂ ਬਿੱਲ ਲਿਆਂਦੇ ਗਏ, ਮਤੇ ਪਾਏ ਗਏ ਆ, ਉਹਦੇ 'ਚ ਕਿਸਾਨਾਂ ਦੀ ਕਿੰਨੀ ਕੁ ਕਾਨੂੰਨੀ ਤੌਰ 'ਤੇ ਜਿੱਤ ਹੋਈ ਹੈ? ਕਾਨੂੰਨੀ ਤੌਰ 'ਤੇ ਅਸੀਂ ਉਸ ਜਿੱਤ ਦੇ ਵਿੱਚ ਕਾਫੀ ਪਿੱਛੇ ਹਾਂ, ਪਰ ਸਮਾਜਿਕ ਤੌਰ 'ਤੇ ਕੇਂਦਰ ਸਰਕਾਰ ਨੂੰ ਰਾਜਨੀਤਿਕ ਤੌਰ 'ਤੇ ਇਹ ਸੰਦੇਸ਼ ਬਹੁਤ ਵੱਡੇ ਪੱਧਰ 'ਤੇ ਚਲਾ ਗਿਆ ਹੈ ਕਿ 115 MLA ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਆਇਆ ਹੈ। ਭਾਵੇਂ ਉਹ ਕਾਨੂੰਨ ਦੇ ਵਿੱਚ, ਬਿੱਲਾਂ ਦੇ ਵਿੱਚ ਕੁਝ ਕਮੀਆਂ ਵੀ ਨੇ, ਪਰ ਇੱਕ ਸਿੰਬੋਲਿਕ ਇੱਕ ਚੇਤਨਾ ਜਿਹੜੀ ਹੈ ਕੇਂਦਰ ਨੂੰ ਚਲੀ ਗਈ ਹੈ। ਔਰ BJP ਨੂੰ ਬਹੁਤ ਮਾੜੀ ਜਿਹੜੀ ਸਥਿਤੀ ਹੈ ਇਸ ਸਮੇਂ ਰਾਜਨੀਤਿਕ ਸਮਝਣੀ ਪੈਣੀ ਹੈ। BJP ਦੇ ਲੀਡਰ ਅੱਜ ਤੋਂ 2 ਜਾਂ 3 ਮਹੀਨੇ ਪਹਿਲਾਂ ਅਸੀਂ ਸਟੇਟਮੈਂਟ ਦੇਖ ਲਈਏ, ਪੰਜਾਬ ਦੇ ਵਿੱਚ 60 ਸੀਟਾਂ ਤੇ 70 ਸੀਟਾਂ ਤੇ ਲੜਨ ਦੀ ਗੱਲ ਕਰਦੇ ਸੀ, ਪਰ ਅੱਜ ਦੇ ਹਾਲਾਤ ਦੇ ਵਿੱਚ ਇਹ ਗੱਲ ਨੇ, ਅਸੀਂ ਲੋਕਲ ਕਿਸੇ ਵੀ ਪਾਸੇ ਗੱਲ ਕਰ ਲਈਏ, BJP ਦਾ ਸਥਾਨਕ ਲੀਡਰ ਜਿਹਦਾ ਭਾਈਚਾਰਾ ਪੰਜਾਬੀ ਭਾਈਚਾਰੇ ਦੇ ਨਾਲ ਸੀ, ਕਿਸਾਨਾਂ ਦੇ ਨਾਲ ਸੀ, ਜਾਂ ਜ਼ਿਲ੍ਹੇ ਲੈਵਲ ਦਾ ਲੀਡਰ ਜਾਂ ਵੱਡੇ ਤੋਂ ਵੱਡਾ ਜਿਹੜਾ ਸਟੇਟ ਲੈਵਲ ਦਾ ਲੀਡਰ ਹੈ, ਉਹ ਕਿਤੇ ਨਾ ਕਿਤੇ ਨਮੋਸ਼ੀ ਦੇ ਵਿੱਚ ਬੈਠਾ ਹੈ, ਕਿਉਂਕਿ ਉਹਦੀ ਰਾਜਨੀਤਿਕ ਤੌਰ 'ਤੇ ਵੀ ਹਾਰ ਹੋਈ ਹੈ, ਉਹਦੀ ਸਮਾਜਿਕ ਤੌਰ 'ਤੇ ਹਾਰ ਹੋਈ ਹੈ, ਔਰ ਸਭ ਤੋਂ ਜ਼ਿਆਦਾ ਉਹਦੀ ਜਿਹੜੀ ਰਾਜਨੀਤਿਕ ਮਨਸ਼ਾ ਸੀ, ਰਾਜਨੀਤਿਕ ਚਰਿੱਤਰ ਸੀ ਜਿਹੜਾ, ਉਹ ਕਿਤੇ ਨਾ ਕਿਤੇ BJP ਦੇ ਪੰਜਾਬ ਸਰਕਾਰ ਪੰਜਾਬ ਲੈਵਲ 'ਤੇ ਜਿਹੜਾ ਡਿੱਗਿਆ ਹੈਗਾ। ਔਰ ਇਹਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ BJP ਦੇ ਲਈ, ਖਾਸ ਕਰ ਪੰਜਾਬ ਦੇ ਵਿੱਚ, ਇਹ ਜਦੋਂ ਹੁਣ ਮਿਊਨਿਸਪਲ ਕੌਂਸਲ ਦੇ ਇਲੈਕਸ਼ਨ ਹੋਣੇ ਨੇ, ਆਪਾਂ ਨੂੰ ਬੜਾ ਸਪਸ਼ਟ ਲੱਗ ਜਾਏਗਾ, ਕਿਉਂਕਿ ਸ਼ਹਿਰੀ ਵਰਗ ਜਿਹੜਾ ਉਹ ਕਿਸਾਨਾਂ ਦੇ ਨਾਲ ਡਟ ਕੇ ਖੜ ਗਿਆ। ਸੋ ਬਿਲਕੁਲ ਜੀ, ਇਹ ਸਨ ਐਡਵੋਕੇਟ ਕਮਲ ਸਿੰਘ ਸੈਣੀ, ਜਿਨ੍ਹਾਂ ਨੇ ਦੱਸਿਆ ਕਿ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬਿੱਲ ਬਣਾਏ ਗਏ, 3 ਮਤੇ ਵੀ ਪਾਏ ਗਏ ਆ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਰੱਦ ਕਰਨ ਵਾਸਤੇ, ਪਰੰਤੂ ਇਹ ਕਿਸਾਨਾਂ ਦੀ ਹਾਲੇ ਕਾਨੂੰਨੀ ਜਿੱਤ ਨਹੀਂ, ਹਾਲੇ ਹੋਰ ਲੜਾਈ ਲੜਨੀ ਪਵੇਗੀ। ਇਹਨਾਂ ਦਾ ਮੰਨਣਾ ਹੈ ਕਿ ਗਵਰਨਰ ਸਾਹਿਬ ਵੱਲੋਂ ਸਾਈਨ ਨਹੀਂ ਕੀਤੇ ਜਾਣੇ ਜਾਂ ਰਾਸ਼ਟਰਪਤੀ ਵੱਲੋਂ ਸਾਈਨ ਨਹੀਂ ਕੀਤੇ ਜਾਣੇ, ਹਾਲੇ ਇਹ ਲੜਾਈ ਲੰਬੀ ਚੱਲਣੀ ਹੈ, ਸੁਪਰੀਮ ਕੋਰਟ ਤੱਕ ਜਿਹੜਾ ਹੈਗਾ ਜਾਣਾ ਪੈ ਸਕਦਾ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦਾ ਇਹ ਸੰਘਰਸ਼ ਕਿਸ ਕਦਰ ਤੇਜ਼ ਹੁੰਦਾ ਹੈ, ਕਿਸਾਨਾਂ ਨੂੰ ਕਿਸ ਕਦਰ ਹੋਰ ਇਸ ਲੜਾਈ ਨੂੰ ਕਿਸ ਤਰੀਕੇ ਨਾਲ ਲੜਿਆ ਜਾਣਾ ਹੈ, ਜਾਂ ਸਿਆਸੀ ਪਾਰਟੀਆਂ ਜੋ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਰ ਰਹੀਆਂ ਨੇ, ਇਹਨਾਂ ਨੇ ਉਹ ਵੀ ਦੱਸਿਆ ਕਿ 2022 ਦੀਆਂ ਵੋਟ ਬੈਂਕ ਨੂੰ ਦੇਖਦੇ ਹੋਏ ਉਹ ਸਭ ਸਿਆਸੀ ਰੋਟੀਆਂ ਸੇਕ ਰਹੀਆਂ ਹੈ, ਕਿਸਾਨਾਂ ਦਾ ਦਰਦ ਕੋਈ ਵੀ ਪਾਰਟੀ ਨਹੀਂ ਸਮਝ ਰਹੀ, ਕਿਉਂਕਿ ਅਗਰ ਕਿਸਾਨਾਂ ਦਾ ਦਰਦ ਇਹਨਾਂ ਪਾਰਟੀਆਂ ਦੇ ਮਨਾਂ ਦੇ ਵਿੱਚ ਹੁੰਦਾ ਤਾਂ ਅੱਜ ਤੱਕ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਹੁੰਦੀ। ਸੋ ਇਸੇ ਤਰ੍ਹਾਂ ਤੁਸੀਂ ਬਣ ਰਹੇ ਹੋ ਪੰਜਾਬੀ ਲੋਕ ਚੈਨਲ 'ਤੇ, ਤੁਹਾਨੂੰ ਪਲ ਪਲ ਦੀ ਖਬਰ ਕਿਸਾਨਾਂ ਦੇ ਸੰਘਰਸ਼ ਦੇ ਹਰ ਸਮੇਂ ਤੁਹਾਨੂੰ ਦਿਖਾਉਂਦਾ ਰਹਾਂਗੇ। ਰੂਪਨਗਰ ਤੋਂ ਕੈਮਰਾਮੈਨ ਰਵੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।